ਲੰਗਰ ਸਿਸਟਮ ਜਿਹੜਾ ਹੈ ਜੋ ਅੱਜ ਸਾਡੀ ਕੌਮ ਦਾ ਤਕਰੀਬਨ ਆਈਡੈਂਟੀਟੀ ਸਿੰਬਲ ਬਣਿਆ ਹੋਇਆ, ਕਿਉਂਕਿ ਜਿੱਥੇ ਵੀ ਕਿਤੇ ਲੰਗਰ ਹੁੰਦੇ ਤਾਂ ਪਤਾ ਹੈ ਕਿ ਇੱਥੇ ਸਿੱਖ ਹੋਣਗੇ, ਜਾਂ ਸਿੱਖ ਹੁੰਦੇ ਤਾਂ ਲੰਗਰ ਦਾ ਪਤਾ ਕਿੱਥੇ ਹੋਊਗਾ। ਗੁਰੂ ਨਾਨਕ ਪਾਤਸ਼ਾਹ ਦੇ ਮੂੰਹ ਚੋਂ ਜੋ ਵੀ ਬਚਨ ਨਿਕਲਿਆ ਉਹ ਭਾਈ ਲਹਿਣੇ ਵਾਸਤੇ ਹੁਕਮ ਹੋ ਗਿਆ, ਔਰ ਹੁਕਮ ਦੀ ਅਦੂਲੀ ਨਹੀਂ ਕੀਤੀ ਜਾ ਸਕਦੀ। ਜਿਹੜਾ ਉਹਨਾਂ ਨੇ ਇੱਕ ਲੋਟਾ ਸੁੱਟ ਦਿੱਤਾ ਸੀਗਾ ਤੇ ਉਹਨੂੰ ਕਿਹਾ ਗਿਆ ਕਿ ਤੁਸੀਂ ਬਾਹਰ ਕੱਢ ਕੇ ਲਿਆਓ, ਉਹਨਾਂ ਦੇ ਆਪਣੇ ਬੇਟ ਜਿਹੜੇ ਪੁੱਤਰ ਉਹ ਕਹਿੰਦੇ ਕਿ ਚਿੱਕੜ ਦੇ ਵਿੱਚ ਪਿਆ ਸੀ, ਕਿੱਦਾਂ ਕੱਢੀਏ। ਤੇ ਗੁਰੂ ਅੰਗਦ ਦੇਵ ਮਹਾਰਾਜ ਉਸ ਸਮੇਂ ਭਾਈ ਲਹਿਣਾ ਉਹ ਬਕਾਇਦਾ ਚਲੇ ਜਾਂਦੇ ਆ। ਜੋ ਗੁਰਬਾਣੀ ਵਿੱਚ ਲਿਖਿਆ ਉਹ ਅੱਖਰ ਟੂ ਅੱਖਰ ਸਹੀ ਹੈ, ਉਹ ਸੱਚ ਹੈ। ਸੋ ਹੁਕਮ ਦੀ ਜਿਹੜੀ ਹੈ ਉਹ ਬੜੀ ਇੰਪੋਰਟੈਂਸ ਆ, ਔਰ ਗੁਰੂ ਅੰਗਦ ਦੇਵ ਮਹਾਰਾਜ ਦੀ ਜਿਹੜੀ ਲਾਈਫ ਹੈ ਉਹ ਸਾਨੂੰ ਬਕਾਇਦਾ ਹੁਕਮ ਦੀ ਜਿਹੜੀ ਹੁਕਮ ਮੰਨਣ ਦੀ ਦ੍ਰਿੜਤਾ ਦਿਖਾਉਂਦੀ ਆ, ਜਿਸ ਨੂੰ ਫਾਈਨਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਜੀਵਨ ਦੇ ਵਿੱਚ ਪਰਖਦੇ ਨੇ। ਜਦੋਂ 5 ਸਿਰ ਮੰਗਦੇ ਨੇ ਤਾਂ ਉਹ ਕੀ ਸਮਝ ਰਹੇ ਨੇ, ਕੀ ਦੇਖ ਰਹੇ ਨੇ? ਉਹ ਹੁਕਮ ਦੀ ਜੋ ਦ੍ਰਿੜ ਸਾਨੂੰ ਇੱਕ ਰੂਲ, ਜੋ ਇੱਕ ਧਰਮ ਦਾ ਨਿਯਮ ਦਿਖਾਇਆ ਗਿਆ ਸੀ, ਉਸ ਨੂੰ ਦ੍ਰਿੜਤਾ ਦੇ ਵਿੱਚ ਦਿਖਾ ਰਹੇ ਨੇ। ਉਹ ਦੇਖ ਰਹੇ ਨੇ ਕਿ ਤੁਸੀਂ ਤੁਹਾਡਾ ਜੋ ਅਭਿਆਸ ਕਰਾਇਆ ਉਹ ਪੂਰਾ ਹੋਇਆ ਵੀ। 5 ਸਿਰ ਮੰਗਦੇ ਨੇ ਉਹ ਹੁਕਮ ਹੀ, ਕਿਉਂਕਿ ਜਿਹੜੇ ਉਦੋਂ ਵੀ ਜਿਹੜੇ ਇੰਟੈਲੈਕਚੁਅਲ ਮੇਰੇ ਵਰਗੇ ਆਪਣੇ ਆਪ ਨੂੰ ਸਮਝ ਕੇ ਬੈਠੇ ਹੋਣਗੇ, ਉਹ ਕਹਿੰਦੇ ਹੋਣੇ ਆ ਵੀ ਇਹਨਾਂ ਦਾ ਇਹ ਕੀ ਹੋ ਗਿਆ ਗੁਰੂ ਪਾਤਸ਼ਾਹ ਨੂੰ, ਇਹ ਇੱਦਾਂ ਕਿਉਂ ਕਰ ਰਹੇ ਆ, ਆਪਣੇ ਹੀ ਲੋਕਾਂ ਦੇ ਸਿਰ ਕਿਉਂ ਮੰਗ ਰਹੇ ਆ। ਤੇ ਜਿਹੜੀ ਸ਼ਰਧਾ ਸੀ ਉਹ ਬਕਾਇਦਾ ਸਿਰ ਦੇਣ ਪਹੁੰਚ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਆਪਾਂ ਜੋ ਪਿਛਲੇ ਐਪੀਸੋਡਸ ਦੇ ਵਿੱਚ ਗੱਲ ਕਰ ਰਹੇ ਹਾਂ, ਹੁਣ ਗੁਰੂ ਅੰਗਦ ਦੇਵ ਮਹਾਰਾਜ ਦੀ ਜਿਹੜੀ ਲਾਈਫ ਆ, ਔਰ ਉਹਦੇ ਵਿੱਚ ਜੋ ਉਹਨਾਂ ਨੇ ਸਾਨੂੰ ਨਿਯਮ ਦ੍ਰਿੜ ਕਰਵਾਏ ਨੇ, ਉਹਨਾਂ ਦੇ ਉੱਤੇ ਆਪਾਂ ਗੱਲ ਕਰ ਰਹੇ ਹਾਂ। ਗੱਲ ਆਪਾਂ ਸ਼ੁਰੂ ਕੀਤੀ ਸੀ ਗੁਰੂ ਨਾਨਕ ਸਾਹਿਬ ਦੇ ਜੀਵਨ ਕਾਲ ਦੇ ਵਿੱਚੋਂ, ਜੋ ਉਹਨਾਂ ਨੇ ਸਾਨੂੰ ਨਿਯਮ ਦਿੱਤੇ, ਔਰ ਜਿਹੜਾ ਉਹਨਾਂ ਦਾ ਪਹਿਲਾ ਨਿਯਮ ਸੀਗਾ ਜੋ ਜੈਂਡਰ ਇਕੁਐਲਿਟੀ, ਜਿਹਦੀ ਆਪਾਂ ਗੱਲ ਕਰ ਚੁੱਕੇ। ਜੈਂਡਰ ਇਕੁਐਲਿਟੀ ਦੇ ਵਿੱਚ ਕੋਈ ਮੇਲ ਫੀਮੇਲ ਦੀ ਗੱਲ ਜਾਂ ਕੈਟਾਗਰੀਜ਼ ਦੀ ਗੱਲ ਨਹੀਂ ਆ, ਉਹ ਸਿਰਫ ਇਕੁਐਲਿਟੀ ਆ। ਔਰ ਉਸ ਨੂੰ ਅੱਗੇ ਜਦੋਂ ਪਰਸੋਨੀਫਾਈ ਕਰਕੇ ਉਹਨੂੰ ਦ੍ਰਿੜ ਕਰਵਾਉਂਦੇ ਨੇ, ਤੇ ਉਹ ਗੁਰੂ ਅੰਗਦ ਦੇਵ ਮਹਾਰਾਜ ਦੇ ਘਰ ਦੇ ਵਿੱਚ ਮਾਤਾ ਖੀਵੀ ਜੀ ਦੇ ਥਰੂ ਜਿਹੜਾ ਹੈ ਉਹ ਦ੍ਰਿੜ ਹੁੰਦਾ। ਇਹ ਗੱਲ ਆਪਾਂ ਪਿਛਲੀ ਵਾਰੀ ਬੜੇ ਵਿਸਥਾਰ ਦੇ ਵਿੱਚ ਕਰ ਚੁੱਕੇ। ਆਪਾਂ ਇਹ ਗੱਲ ਡਿਸਕਸ ਕੀਤੀ ਸੀਗੀ ਕਿ ਜਿਹੜੇ ਮਾਤਾ ਖੀਵੀ ਜੀ ਦਾ ਜਿਹੜਾ ਲਾਈਫ ਹੈ, ਔਰ ਜੋ ਜਿਸ ਤਰੀਕੇ ਨਾਲ ਉਹ ਜਿਹੜੀ ਲੰਗਰ ਸਿਸਟਮ ਜਿਹੜਾ ਹੈ ਜੋ ਅੱਜ ਸਾਡੀ ਕੌਮ ਦਾ ਤਕਰੀਬਨ ਆਈਡੈਂਟੀਟੀ ਸਿੰਬਲ ਬਣਿਆ ਹੋਇਆ, ਕਿਉਂਕਿ ਜਿੱਥੇ ਵੀ ਕਿਤੇ ਲੰਗਰ ਹੁੰਦੇ ਤਾਂ ਪਤਾ ਹੈ ਕਿ ਇੱਥੇ ਸਿੱਖ ਹੋਣਗੇ, ਜਾਂ ਸਿੱਖ ਹੁੰਦੇ ਤਾਂ ਲੰਗਰ ਦਾ ਪਤਾ ਕਿੱਥੇ ਹੋਊਗਾ। ਸੋ ਉਹ ਜਿਹੜਾ ਜੋ ਸਿੰਬਲ ਹੈ ਉਸ ਨੂੰ ਇੰਸਟੀਟਿਊਸ਼ਨਲਾਈਜ਼ ਕਰਨ ਵਾਸਤੇ ਮਾਤਾ ਖੀਵੀ ਜੀ ਦਾ ਜੋ ਰੋਲ ਹੈ ਉਹ ਬਹੁਤ ਸਿਗਨੀਫਿਕੈਂਟ ਰੋਲ ਹੈ। ਔਰ ਉਹ ਗੁਰੂ ਅੰਗਦ ਦੇਵ ਮਹਾਰਾਜ ਦੇ ਲਾਈਫ ਦੇ ਵਿੱਚ ਜਦੋਂ ਉਹ ਸਾਹਮਣੇ ਆਉਂਦਾ ਆ ਤਾਂ ਜੈਂਡਰ ਇਕੁਐਲਿਟੀ ਦੀ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਮਿਸਾਲ ਖੜੀ ਕਰਦਾ। ਇਹ ਗੱਲ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਕਰ ਚੁੱਕੇ ਹਾਂ। ਜਿਹੜੇ ਹੁਣ ਆਪਾਂ ਅੱਜ ਐਪੀਸੋਡ ਕਰਨਾ ਹੈ, ਜਾਂ ਇਸ ਤੋਂ ਅੱਗੇ ਜਿਹੜਾ ਆਪਾਂ ਐਪੀਸੋਡ ਕਰਨਾ ਹੈ, ਉਸ ਦੇ ਵਿੱਚ ਆਪਾਂ ਗੁਰੂ ਪਾਤਸ਼ਾਹ ਦੀ ਜ਼ਿੰਦਗੀ ਦੇ ਵਿੱਚੋਂ ਜਾਂ ਜੀਵਨ ਕਾਲ ਦੇ ਵਿੱਚ ਜਦੋਂ ਉਹ ਗੁਰੂ ਨਾਨਕ ਮਹਾਰਾਜ ਦੀ ਜੋਤ ਉਹਨਾਂ ਦੇ ਵਿੱਚ ਟਿਕਦੀ ਹੈ, ਜਦੋਂ ਉਹਨਾਂ ਦੇ ਵਿੱਚ ਸਮਾਹਿਤ ਹੁੰਦੀ ਹੈ, ਤਾਂ ਉਸ ਤੋਂ ਬਾਅਦ ਉਹ ਸਾਨੂੰ ਜਿਸ ਤਰੀਕੇ ਨਾਲ ਆਪਣੇ ਜੀਵਨ ਕਾਲ ਦੇ ਥਰੂ ਜੋ ਪ੍ਰੈਕਟੀਕਲ ਕਰਕੇ ਸਾਨੂੰ ਰੂਲਸ ਜਿਹੜੇ ਆ ਉਹ ਦ੍ਰਿੜ ਕਰਵਾਉਂਦੇ, ਆਪਾਂ ਉਹਨਾਂ ਬਾਰੇ ਗੱਲ ਕਰਨੀ ਆ। ਸਾਡੇ ਕੋਲ ਜੈਂਡਰ ਇਕੁਐਲਿਟੀ ਤਾਂ ਹੈ ਹੀ ਹੈ, ਉਸ ਤੋਂ ਅਗਲੇ ਜਿਹੜੀਆਂ ਹੈ ਉਹ 4 ਚੀਜ਼ਾਂ ਮੁੱਖ ਨੇ ਜਿਨ੍ਹਾਂ ਬਾਰੇ ਆਪਾਂ ਨੂੰ ਸਮਝਣਾ ਪਊਗਾ, ਦੇਖਣਾ ਪਊਗਾ, ਔਰ ਉਹਨਾਂ ਦੇ ਆਧਾਰ ਦੇ ਉੱਤੇ ਹੀ ਸਾਨੂੰ ਆਪਣੀ ਜਿਹੜੇ ਨਿਯਮ ਨੇ, ਧਰਮ ਦੇ ਨਿਯਮ ਨੇ, ਜੋ ਸਿੱਖ ਧਰਮ ਦੇ ਨਿਯਮ ਨੇ, ਉਹਨਾਂ ਨੂੰ ਸਮਝਣਾ ਪਊਗਾ। 4 ਚੀਜ਼ਾਂ ਕਿਹੜੀਆਂ ਨੇ? ਪਹਿਲੀ ਤਾਂ ਹੁਕਮ, ਦੂਸਰੀ ਮੱਲ ਅਖਾੜੇ, ਤੀਸਰੀ ਪਹਿਲਾ ਸਿੱਖ ਜਿਹੜਾ ਵਿਦਿਅਕ ਅਦਾਰਾ ਹੈ ਉਹ ਗੁਰੂ ਅੰਗਦ ਦੇਵ ਮਹਾਰਾਜ ਖੜਾ ਕਰਦੇ ਨੇ, ਔਰ ਚੌਥਾ ਜਿਹੜਾ ਹੈ ਉਹ ਗੁਰਮੁਖੀ ਲਿਪੀ। ਹੁਣ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਹੋਈਆਂ ਉਹ ਮੁੱਖ ਘਟਨਾਵਾਂ ਜਾਂ ਉਹਨਾਂ ਵੱਲੋਂ ਦਰਸਾਏ ਗਏ ਸਾਨੂੰ ਉਹ ਮੁੱਖ ਕਦਮ ਨੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਸਾਨੂੰ ਸਮਝ ਲੱਗੂਗੀ ਕਿ ਸਾਡਾ ਕਰੈਕਟਰ ਜੋ ਇੱਕ ਸਿੱਖ ਕਿਰਦਾਰ ਹੈ ਉਹ ਡਿਵੈਲਪ ਕਿੱਦਾਂ ਹੋਇਆ, ਕਿਰਦਾਰੇ ਖਾਲਸਾ ਡਿਵੈਲਪ ਕਿੱਦਾਂ ਹੋਇਆ, ਇਹ ਉਦੋਂ ਸਮਝ ਲੱਗੂਗੀ। ਆਪਾਂ ਸ਼ਾਇਦ ਇਹਦੇ ਵਾਸਤੇ ਸਾਨੂੰ 3 ਐਪੀਸੋਡਸ ਕਰਨੇ ਪੈਣਗੇ, ਕਿਉਂਕਿ ਅੱਜ ਜਿਹੜਾ ਐਪੀਸੋਡ ਆ ਉਹ ਆਪਾਂ ਹੁਕਮ ਦੇ ਉੱਤੇ ਕਰਨਾ। ਅਗਲਾ ਐਪੀਸੋਡ ਆਪਾਂ ਮੱਲ ਅਖਾੜੇ ਔਰ ਵਿੱਦਿਅਕ ਅਦਾਰਿਆਂ ਦੇ ਨਾਲ ਕਰਾਂਗੇ, ਔਰ ਉਸ ਤੋਂ ਅਗਲਾ ਐਪੀਸੋਡ ਜਿਹੜਾ ਹੈ ਉਹ ਗੁਰਮੁਖੀ ਲਿਪੀ ਦੇ ਉੱਪਰ ਕਰਾਂਗੇ। ਗੁਰਮੁਖੀ ਲਿਪੀ ਨੂੰ ਆਪਣੇ ਆਪ ਦੇ ਵਿੱਚ ਇੱਕ ਪੂਰਾ ਐਪੀਸੋਡ ਦੀ ਜ਼ਰੂਰਤ ਹੈ, ਕਿਉਂਕਿ ਬਹੁਤ ਸਾਰੇ ਜਿਹੜੀ ਕਨਫਿਊਜ਼ਨਸ ਨੇ ਉਹ ਉਸ ਐਪੀਸੋਡ ਦੇ ਵਿੱਚ ਸਾਨੂੰ ਕਲੀਅਰ ਕਰਨੀਆਂ
ਜ਼ਰੂਰੀ ਨੇ, ਕਿਉਂਕਿ ਦੇਖਣਾ ਜ਼ਰੂਰੀ ਹੈ ਕਿ ਇਸ ਲਿਪੀ ਦਾ ਆਧਾਰ ਕੀ ਹੈ, ਇਹਦੀ ਹਿਸਟਰੀ ਕੀ ਹੈ, ਸਾਨੂੰ ਇਹ ਦੇਖਣਾ ਬੜਾ ਜ਼ਰੂਰੀ ਹੈ। ਔਰ ਜਦੋਂ ਫਿਰ ਆਪਾਂ ਦੇਖਾਂਗੇ ਫਿਰ ਸਾਨੂੰ ਸਮਝ ਲੱਗੂਗੀ ਕਿ ਇਹ ਜਿਹੜੀ ਭਾਸ਼ਾ ਹੈ ਜੋ ਅੱਜ ਸਾਡੇ ਕੋਲ ਜਿਸ ਤਰਤੀਬ ਦੇ ਵਿੱਚ ਗੁਰੂ ਪਾਤਸ਼ਾਹ ਨੇ ਸਾਨੂੰ ਦਿੱਤੀ ਹੈ, ਉਸ ਤਰਤੀਬ ਦੇ ਵਿੱਚ ਹੀ ਹੋਣਾ ਇੰਪੋਰਟੈਂਟ ਕਿਉਂ ਸੀ, ਔਰ ਆਪਾਂ ਇਹਨੂੰ ਕਿਵੇਂ ਸਮਝ ਸਕਦੇ ਹਾਂ। ਇਹ ਗੱਲ ਆਪਾਂ ਇੱਕ ਫੁੱਲ ਫਲੈਜਡ ਗੁਰਮੁਖੀ ਲਿਪੀ ਦੇ ਉੱਪਰ ਜਿਹੜਾ ਆਪਾਂ ਐਪੀਸੋਡ ਕਰਾਂਗੇ ਉਸ ਦੇ ਵਿੱਚ ਕਰਾਂਗੇ। ਅੱਜ ਜਿਹੜੀ ਆਪਾਂ ਗੱਲ ਕਰਨੀ ਹੈ ਹੁਕਮ ਦੇ ਉੱਤੇ। ਹੁਣ ਇਹ ਆਪਾਂ ਸਾਰੇ ਜਾਣਦੇ ਹਾਂ ਔਰ ਆਪਣੇ ਆਪ ਦੇ ਵਿੱਚ ਇੱਕ ਨਿਰਧਾਰਿਤ ਫੈਕਟ ਹੈ ਕਿ ਗੁਰੂ ਪਾਤਸ਼ਾਹ ਦਾ ਜਿਹੜਾ ਗੁਰੂ ਅੰਗਦ ਦੇਵ ਮਹਾਰਾਜ ਦਾ ਜਿਹੜਾ ਜੀਵਨ ਹੈ, ਜਦੋਂ ਉਹ ਭਾਈ ਜੋਧੇ ਪਾਸੋਂ ਸੁਣ ਕੇ ਔਰ ਫਿਰ ਗੁਰੂ ਨਾਨਕ ਮਹਾਰਾਜ ਨੂੰ ਮਿਲ ਲੈਂਦੇ ਨੇ, ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਜੀਵਨ ਕਾਲ ਹੈ ਉਹ ਸਾਨੂੰ ਦ੍ਰਿੜ ਕਰਵਾਉਂਦਾ ਹੁਕਮ ਦੀ ਪਾਲਣਾ ਕਰਨਾ। ਹੁਕਮ ਮੰਨਣ ਦੇ ਉੱਤੇ ਹੀ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਇੱਕ ਪ੍ਰੈਕਟੀਕਲ ਐਗਜ਼ਾਮਪਲ ਹੈ ਹੁਕਮ ਕਿੱਦਾਂ ਮੰਨਿਆ ਜਾ ਸਕਦਾ। ਉਹਦੇ ਵਾਸਤੇ ਬਹੁਤ ਸਾਰੀਆਂ ਸਾਖੀਆਂ ਨੇ ਜੋ ਆਪਾਂ ਸੁਣੀਆਂ ਆ, ਆਮ ਸੁਣੀਆਂ ਆ। ਕਿਸੇ ਨੂੰ ਉੱਤੇ ਯਕੀਨ ਹੈ, ਕਿਸੇ ਨੂੰ ਨਹੀਂ ਯਕੀਨ, ਦੈਟਸ ਅ ਡਿਫਰੈਂਟ ਮੈਟਰ, ਉਹਦੇ ਵੱਲ ਆਪਾਂ ਨਹੀਂ ਜਾਂਦੇ। ਆਪਾਂ ਜੋ ਦੇਖਣਾ ਹੈ ਉਹ ਇਹ ਦੇਖਣਾ ਕਿ ਉਹਨਾਂ ਦੇ ਜੀਵਨ ਦੇ ਵਿੱਚ ਜਿਹੜੀ ਹੁਕਮ ਦੀ ਗੱਲ, ਜੋ ਹੁਕਮ ਸਾਨੂੰ ਉਹ ਦ੍ਰਿੜ ਕਰਾਉਂਦੇ ਨੇ, ਉਹਦਾ ਆਧਾਰ ਕੀ ਹੈ, ਉਹਦਾ ਬੇਸ ਕੀ ਹੈ, ਉਹਦਾ ਇਨਫਲੂਐਂਸ ਕੀ ਹੈ ਔਰ ਉਹਦਾ ਸਿਗਨੀਫਿਕੈਂਸ ਕੀ ਹੈ, ਉਹ ਕਿਉਂ ਇੰਪੋਰਟੈਂਟ ਆ, ਆਪਾਂ ਇਹ ਦੇਖਣਾ। ਹੁਣ ਜਦੋਂ ਉਹ ਭਾਈ ਜੋਧੇ ਪਾਸੋਂ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਸੁਣਦੇ ਨੇ ਤਾਂ ਇਹਦੇ ਵਿੱਚ ਪਹਿਲੀ ਗੱਲ ਜੋ ਸਾਨੂੰ ਸਮਝਣੀ ਜ਼ਰੂਰੀ ਹੈ ਉਹ ਇਹ ਹੈ ਕਿ ਉਹ ਬਾਣੀ ਸੁਣ ਕੇ ਗੁਰੂ ਦੇ ਲੜ ਲੱਗਦੇ ਨੇ। ਇਹ ਬੜੀ ਇੰਪੋਰਟੈਂਟ ਗੱਲ ਹੈ ਕਿ ਭਾਈ ਜੋਧਾ ਜਿਹੜੇ ਨੇ ਉਹ ਕੋਈ ਐਵੇਂ ਕੋਈ ਗੱਲ ਨਹੀਂ ਕਰ ਰਹੇ ਗੁਰੂ ਨਾਨਕ ਪਾਤਸ਼ਾਹ ਬਾਰੇ, ਜਾਂ ਕੋਈ ਚਮਤਕਾਰਾਂ ਦੀ ਗੱਲ ਨਹੀਂ ਕਰ ਰਹੇ, ਜਾਂ ਕਿਸੇ ਤਰ੍ਹਾਂ ਦੀ ਵੀ ਹੋਰ ਕੋਈ ਗੱਲ ਨਹੀਂ ਕਰ ਰਹੇ। ਉਹ ਉਹਨਾਂ ਦੀ ਬਾਣੀ ਗੁਣਗੁਣਾ ਰਹੇ ਨੇ ਔਰ ਉਸ ਬਾਣੀ ਦੀ ਹੀ ਖਿੱਚ ਜਿਹੜੀ ਆ ਉਹ ਗੁਰੂ ਅੰਗਦ ਦੇਵ ਮਹਾਰਾਜ ਨੂੰ, ਜਾਂ ਜਦੋਂ ਉਹ ਉਸ ਟਾਈਮ 'ਤੇ ਭਾਈ ਲਹਿਣੇ ਨੂੰ ਉਹ ਗੁਰੂ ਨਾਨਕ ਵੱਲ ਪ੍ਰੇਰਿਤ ਕਰਦੀ ਹੈ। ਇਹ ਗੱਲ ਬੜੀ ਇੰਪੋਰਟੈਂਟ ਆ। ਉਸ ਟਾਈਮ ਦੇ ਉੱਪਰ ਜਿਹੜੀ ਖਿੱਚ ਆ ਉਹ ਬਾਣੀ ਆ, ਉਹ ਸਰੀਰ ਖਿੱਚ ਨਹੀਂ। ਗੁਰੂ ਨਾਨਕ ਪਾਤਸ਼ਾਹ ਦੀ ਜਿਹੜਾ ਸਰੀਰ ਹੈ ਉਹ ਉਹਨਾਂ ਦਾ ਖਿੱਚ ਨਹੀਂ, ਗੁਰਬਾਣੀ ਉਹਨਾਂ ਦੀ ਖਿੱਚ ਬਣਦੀ ਆ। ਔਰ ਜਦੋਂ ਉਹਨਾਂ ਵੱਲ ਖਿੱਚੇ ਜਾਂਦੇ ਆ, ਫਿਰ ਉਹਨਾਂ ਨੂੰ ਮਿਲਣ ਜਾਂਦੇ ਕਰਤਾਰਪੁਰ ਸਾਹਿਬ, ਤਾਂ ਉੱਥੇ ਗੁਰੂ ਨਾਨਕ ਮਹਾਰਾਜ ਦੇ ਨਾਲ ਜਦੋਂ ਉਹਨਾਂ ਦੀ ਭੇਟਾ ਹੁੰਦੀ ਹੈ ਤਾਂ ਉਸ ਭੇਟ ਦੇ ਦੌਰਾਨ ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਦੇਵ ਮਹਾਰਾਜ ਜਾਂ ਭਾਈ ਲਹਿਣੇ ਦੇ ਵਿੱਚ ਜਿਹੜੀ ਹੈ ਉਹ ਇੱਕ ਜੋਤ, ਉਹ ਇੱਕ ਚਿਣਗ ਦੇਖ ਲੈਂਦੇ ਆ ਜਿਹਦੇ ਵਿੱਚ ਗੁਰੂ ਨਾਨਕ ਦੀ ਜੋਤ ਟਿਕਾਈ ਜਾ ਸਕਦੀ ਸੀ। ਉਹ ਮਹਿਲ ਦੇਖ ਲੈਂਦੇ ਆ ਜਿੱਥੇ ਟਿਕਾਈ ਜਾ ਸਕਦੀ ਸੀ। ਜਾਂ ਆਪਾਂ ਇਹਨੂੰ ਇਸ ਤਰੀਕੇ ਨਾਲ ਸਮਝ ਲਈਏ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਤਾਂ ਪਤਾ ਹੀ ਸੀਗਾ ਕਿ ਕਿਸ ਤਰੀਕੇ ਨਾਲ ਹੋਣਾ ਹੈ। ਗੁਰੂ ਅੰਗਦ ਦੇਵ ਮਹਾਰਾਜ ਜਦੋਂ ਇੱਕ ਵਾਰੀ ਗੁਰੂ ਨਾਨਕ ਪਾਤਸ਼ਾਹ ਨੂੰ ਮਿਲ ਲੈਂਦੇ ਆ, ਬਾਣੀ ਦੀ ਖਿੱਚ ਉਹਨਾਂ ਨੂੰ ਉੱਥੇ ਲੈ ਕੇ ਜਾਂਦੀ ਹੈ ਔਰ ਬਾਣੀ ਦੀ ਖਿੱਚ ਦੇ ਨਾਲ ਹੀ ਉਹ ਗੁਰੂ ਨਾਨਕ ਪਾਤਸ਼ਾਹ ਦੇ ਜਿਹੜਾ ਇੱਕ ਰੂਹਾਨੀਅਤ ਹੈ ਉਹਨੂੰ ਉਹ ਦੇਖ ਲੈਂਦੇ ਆ ਔਰ ਉਹ ਉੱਥੇ ਹੀ ਰਹਿ ਜਾਂਦੇ ਆ। ਫਿਰ ਉਹਨਾਂ ਦੀ ਬਕਾਇਦਾ ਉਹਨਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਦੇ ਵਿੱਚ ਉਹ ਹਮੇਸ਼ਾ ਲਈ ਰਹਿ ਜਾਂਦੇ ਆ। ਔਰ ਇਹਦੇ ਵਿੱਚ ਇੱਕ ਬੜੀ ਜਿਹੜਾ ਧਿਆਨ ਕਰਨ ਵਾਲੀ ਗੱਲ ਉਹ ਇਹ ਹੈ ਕਿ ਹਰ ਇੱਕ ਚੀਜ਼ ਦੇ ਉੱਤੇ ਉਹ ਹੁਕਮ ਜਿਹੜਾ ਆ ਉਹ ਗੁਰੂ ਨਾਨਕ, ਇੱਕ ਵਾਰੀ ਉਹਨਾਂ ਨੂੰ ਗੁਰੂ ਧਾਰ ਲਿਆ ਤਾਂ ਉਸ ਤੋਂ ਬਾਅਦ ਉਹ ਕਿੰਤੂ ਪ੍ਰੰਤੂ ਨਹੀਂ ਕਰਦੇ। ਉਸ ਤੋਂ ਬਾਅਦ ਉਹ ਇਹ ਨਹੀਂ ਕਹਿੰਦੇ ਕਿ ਤੁਸੀਂ ਮੈਨੂੰ ਆਹ ਕਿਉਂ ਕਿਹਾ ਅਤੇ ਆਹ ਕਿਉਂ ਨਹੀਂ ਕਿਹਾ। ਸਾਖੀਆਂ ਦੇ ਜਦੋਂ ਆਪਾਂ ਸਾਖੀਆਂ ਪੜ੍ਹਦੇ ਹਾਂ ਨਾ, ਤਾਂ ਇੱਕ ਗੱਲ ਸਮਝਿਆ ਕਰੋ ਕਿ ਜਿਹੜੀ ਸਾਖੀ ਹੈ ਉਹ ਉਦੋਂ ਨਾ ਤਾਂ ਤੁਸੀਂ ਉੱਥੇ ਸੀ ਨਾ ਮੈਂ ਉੱਥੇ ਸੀ। ਸੋ ਜਿਹੜੇ ਸਾਖੀ ਸੁਣਾ ਰਹੇ ਨੇ ਉਹਨਾਂ ਉੱਤੇ ਕਿੰਤੂ ਕਰਨਾ ਵੀ ਗਲਤ ਹੈ। ਆਪਾਂ ਜਦੋਂ ਕੋਈ ਸਾਖੀ ਸੁਣਾਉਂਦਾ ਆਪਾਂ ਕਹਿੰਦੇ ਗੱਪ ਮਾਰਦਾ ਆ, ਜੇ ਉਹ ਨਹੀਂ ਇਹ ਪ੍ਰੂਵ ਕਰ ਸਕਦਾ ਕਿ ਇਹ ਸਾਖੀ ਸੱਚ ਹੈ ਤਾਂ ਤੁਸੀਂ ਵੀ ਪ੍ਰੂਵ ਨਹੀਂ ਕਰ ਸਕਦੇ ਕਿ ਗੱਪ ਕਿੱਦਾਂ ਹੋਈ। ਕਿਉਂਕਿ ਜੇ ਉਹ ਜੋ ਸਾਖੀ ਸੁਣਾ ਰਿਹਾ, ਅਸੀਂ ਆਪਣੇ ਬਹੁਤਾਤ ਦੇ ਵਿੱਚ ਆਪਣੇ ਜਿਹੜੇ ਬੁੱਧੀਜੀਵੀ ਨੇ ਜਾਂ ਆਪਣੇ ਜਿਹੜੇ ਪ੍ਰਚਾਰਕ ਨੇ ਉਹਨਾਂ ਦਾ ਮਖੌਲ ਉਡਾਇਆ ਹੈ, ਇਹ ਕਹਿ ਕੇ ਕਿ ਗੱਪਾਂ ਸੁਣਾਈ ਜਾਂਦੇ ਆ, ਹੈ ਨਾ। ਉਹ ਜਿਹੜੀ ਇੱਕ ਪਿੱਛੇ ਜੇ ਗੁਰੂ ਅੰਗਦ ਦੇਵ ਮਹਾਰਾਜ ਦੇ ਜੀਵਨ ਦੇ ਨਾਲ ਜੋ ਰਿਲੇਟਡ ਇੱਕ ਸਾਖੀ ਆਉਂਦੀ ਆ, ਉਹ ਮਿਠਾਈ ਡਿੱਗਣ ਵਾਲੀ, ਆਪਾਂ ਉਹਦੇ ਉੱਤੇ ਬਹੁਤ ਮਜ਼ਾਕ ਉਡਾਇਆ। ਅਸੀਂ ਆਪਣਾ ਵੀ ਦਿਵਾਲੀਆਪਨ ਸ਼ੋਅ ਕਰਦੇ ਹਾਂ ਕਿਉਂਕਿ ਅਸੀਂ ਇਹ ਦਿਖਾਉਂਦੇ ਹਾਂ ਕਿ ਤੁਸੀਂ ਬੇਵਕੂਫ ਹਾਂ, ਅਸੀਂ ਸਿਆਣੇ ਹਾਂ। ਹੁਣ ਗੱਲ ਇਹ ਆ ਕਿ ਉੱਥੇ ਜੋ ਸਮਝਣ ਵਾਲੀ ਗੱਲ ਆ, ਮਿਠਾਈ ਡਿੱਗੀ ਨਹੀਂ ਡਿੱਗੀ, ਉਹ ਦੈਟਸ ਡਿਫਰੈਂਟ ਮੈਟਰ। ਉਦੋਂ ਤੁਸੀਂ ਨਾ ਉੱਥੇ ਤੁਸੀਂ ਸੀ ਨਾ ਉੱਥੇ ਮੈਂ ਸੀ। ਸੋ ਆਪਾਂ ਉਹਦੇ ਬਾਰੇ ਗੱਲ ਹੀ ਨਹੀਂ ਕਰਨੀ। ਆਪਾਂ ਸਮਝਣਾ ਕੀ ਆ, ਆਪਾਂ ਸਮਝਣਾ ਇਹ ਹੈ ਕਿ ਗੁਰੂ ਨਾਨਕ ਨੂੰ, ਜਿਹਨੂੰ ਗੁਰੂ ਅੰਗਦ ਦੇਵ ਮਹਾਰਾਜ ਨੇ, ਭਾਈ ਲਹਿਣੇ ਨੇ ਗੁਰੂ ਮੰਨ ਲਿਆ, ਅਗਰ ਉਹਨਾਂ ਨੇ ਕੋਈ ਉਹਨਾਂ ਨੂੰ ਅਣਹੋਣੀ ਗੱਲ ਵੀ ਕਹੀ ਤਾਂ ਉਹਨਾਂ ਨੇ ਮੰਨ ਲਈ, ਉਹਨਾਂ ਨੇ ਉਹਨੂੰ ਹੁਕਮ ਕਰਕੇ ਜਾਣ ਲਿਆ। ਔਰ ਹੁਕਮ ਕਰਕੇ ਜਦੋਂ ਉਹਨਾਂ ਨੇ ਜਾਣ ਲਿਆ ਤਾਂ ਫਿਰ ਉਸ ਟਾਈਮ ਦੇ ਉੱਤੇ ਉਹ ਇੱਕ ਐਪੀਟਮ ਹੁੰਦਾ ਆ। ਅਸੀਂ ਆਪਣੇ ਮਾਂ ਬਾਪ ਦਾ ਜਿਹੜਾ ਹੁਕਮ ਆ ਉਹ ਕਦੇ ਵੀ ਟਾਲਦੇ ਨਹੀਂ। ਇੱਕ ਚੰਗਾ ਬੱਚਾ,
ਆਮ ਜਿਹੜੇ ਅੱਜ ਕੱਲ੍ਹ ਜੋ ਆਪਾਂ ਜਿਸ ਤਰੀਕੇ ਨਾਲ ਚੱਲ ਰਹੇ ਤਾਂ ਹੀ ਤਾਂ ਆਪਣੇ ਮਾਂ-ਬਾਪ ਅੱਜ ਸੜਕਾਂ 'ਤੇ ਰੁਲ ਰਹੇ ਆ ਨਾ, ਤਾਂ ਹੀ ਤਾਂ ਅੱਜ ਦੂਜੇ ਕੁ ਦਿਨ ਖਬਰ ਆਉਂਦੀ ਆ ਕਿ ਅੱਜ ਉੱਥੇ ਪੁੱਤ ਨੇ ਮਾਂ ਨੂੰ ਕੁੱਟਿਆ, ਅੱਜ ਇੱਥੇ ਪਿਓ ਨੂੰ ਘਰੋਂ ਬਾਹਰ ਕੱਢਤਾ। ਸੋ ਇਸ ਕਰਕੇ ਮੈਂ ਹਰ ਇੱਕ ਦੀ ਗੱਲ ਨਹੀਂ ਕਰ ਰਹੀ, ਮੈਂ ਚੰਗੇ ਬੱਚਿਆਂ ਦੀ ਗੱਲ ਕਰ ਰਹੀ ਹਾਂ। ਉਹ ਕਦੇ ਵੀ ਆਪਣੇ ਮਾਂ-ਬਾਪ ਦੀ ਜਿਹੜੀ ਹੁਕਮ ਅਦੂਲੀ ਨਹੀਂ ਕਰਦੇ। ਅਗਰ ਉਹਨਾਂ ਦੇ ਮਾਂ-ਬਾਪ ਨੇ ਉਹਨਾਂ ਨੂੰ ਕਿਹਾ ਕਿ ਆਹ ਕੰਮ ਕਰ ਦਿਓ ਤਾਂ ਉਹ ਕਰ ਦਿੰਦੇ ਆ। ਹੁਣ ਮਾਂ-ਬਾਪ ਜਿਹੜੇ ਨੇ ਉਹ ਕਦੀ ਵੀ ਅਣਹੋਣੀ ਗੱਲ ਨਹੀਂ ਕਰਦੇ, ਪਰ ਜੇਕਰ ਉਹਨਾਂ ਨੇ ਆਪਣੇ ਬੱਚੇ ਨੂੰ ਪਰਖਣਾ ਹੋਵੇ ਕਿ ਮੇਰੀ ਗੱਲ ਕਿੰਨੀ ਕੁ ਸੁਣਦਾ ਆ ਜਾਂ ਸਮਝਦਾ ਆ, ਅਤੇ ਸ਼ਾਇਦ ਉਹ ਕੋਈ ਐਸੀ ਗੱਲ ਕਹਿਣ ਜਿਹੜੀ ਹੋ ਨਹੀਂ ਸਕਦੀ ਹੋਵੇ, ਹੈ ਨਾ। ਜਿੱਦਾਂ ਉਹ ਕਹਿ ਦੇਣ ਕਿ ਆਪਣਾ ਘਰ ਜਿਹੜਾ ਮੇਰੇ ਨਾਮ ਲਾ ਦੇ। ਆਪਾਂ ਇਹਨਾਂ ਨੂੰ ਬੜੇ ਦੁਨਿਆਵੀ ਪੱਧਰ ਦੇ ਉੱਤੇ ਅਗਰ ਸਮਝੀਏ ਤਾਂ ਹੁਣ ਇਹ ਅੱਜ ਕੱਲ੍ਹ ਦੇ ਬੱਚਿਆਂ ਵਾਸਤੇ ਅਣਹੋਣੀ ਗੱਲ ਹੈ ਕਿ ਕਮਾਈ ਮੈਂ ਕੀਤੀ, ਸਾਰਾ ਕੁਛ ਮੈਂ ਲਿਆ ਅਤੇ ਮੈਂ ਤੇਰੇ ਨਾਮ ਮਾਤਾ ਕਿਉਂ ਲਾਵਾਂ, ਜਾਂ ਇਹ ਤਾਂ ਮੇਰੇ ਭਰਾਵਾਂ 'ਚ ਵੀ ਵੰਡਿਆ ਜਾਊਗਾ ਫਿਰ। ਸੋ ਉਹ ਇੱਕ ਅਣਹੋਣੀ ਗੱਲ ਹੈ। ਹੁਣ ਜਿਹੜੇ ਬੱਚੇ ਉਸ ਗੱਲ ਨੂੰ ਵੀ ਮੰਨ ਲੈਣਗੇ ਉਹ ਅਸਲ ਦੇ ਵਿੱਚ ਹੁਕਮ ਫਰਮਾਨ ਨੇ, ਉਹ ਹੁਕਮ ਮੰਨਣ ਵਾਲੇ ਲੋਕ ਨੇ, ਉਹ ਹੁਕਮ ਮੰਨਦੇ ਨੇ ਆਪਣੇ ਮਾਂ-ਬਾਪ ਦਾ। ਇਸੇ ਤਰੀਕੇ ਨਾਲ ਜਦੋਂ ਤੁਸੀਂ ਕਿਸੇ ਨੂੰ ਗੁਰੂ ਮੰਨ ਲੈਂਦੇ ਆ ਨਾ, ਜਦੋਂ ਕੋਈ ਗੁਰੂ ਹੋ ਜਾਂਦਾ ਤਾਂ ਗੁਰੂ ਦੀ ਗੱਲ ਮੰਨਣੀ ਹੀ ਮੰਨਣੀ ਹੁੰਦੀ ਆ। ਉਹੀ ਇੱਕ ਰਸਤਾ ਹੁੰਦਾ ਆ। ਜਦੋਂ ਅਸੀਂ ਇੱਕ ਆਪਣੇ ਸਕੂਲ 'ਚ ਜਾਂਦੇ ਹਾਂ ਤਾਂ ਸਾਡੇ ਟੀਚਰ ਸਾਨੂੰ ਏ ਪਾਉਣਾ ਸਿਖਾਉਂਦੇ ਆ ਜਾਂ ਊੜਾ ਪਾਉਣਾ ਸਿਖਾਉਂਦੇ ਆ, ਜਾਂ ਉਹ ਹਿੰਦੀ ਦਾ ਕੋਈ ਵਰਡ ਜਾਂ ਸੰਸਕ੍ਰਿਤ ਦਾ ਜਿਹੜੀ ਵੀ ਭਾਸ਼ਾ ਪੜ੍ਹਦੇ ਨੇ ਉਹ ਉਸ ਦਾ ਅੱਖਰ ਜਿਹੜਾ ਉਹ ਪਾਉਣਾ ਸਿਖਾਉਂਦੇ ਆ। ਸਾਨੂੰ ਨਹੀਂ ਪਤਾ ਕਿ ਉਹ ਊੜਾ ਕੀ ਆ, ਸਾਨੂੰ ਨਹੀਂ ਪਤਾ ਕਿ ਉਹ ਸਹੀ ਦੱਸ ਰਹੇ ਕਿ ਗਲਤ ਦੱਸ ਰਹੇ, ਪਰ ਜੋ ਸਾਡੇ ਟੀਚਰ ਨੇ ਕਹਿ ਦਿੱਤਾ ਆਪਾਂ ਉਹਨਾਂ ਦੇ ਪੂਰਨਿਆਂ ਦੇ ਉੱਤੇ ਬਕਾਇਦਾ ਊੜਾ ਵਾਹ ਦਿੰਦੇ ਹਾਂ। ਉਹ ਕੀ ਆ? ਉਹ ਆਪਣੇ ਟੀਚਰ ਦਾ ਹੁਕਮ ਮੰਨਣਾ ਆ। ਹੁਣ ਜੇ ਉੱਥੇ ਬੱਚਾ ਆਪ ਸਿਆਣਾ ਬਣ ਜਾਏ ਕਿ ਨਾ ਆਹ ਊੜਾ ਤਾਂ ਤੂੰ ਗਲਤ ਪਾਇਆ, ਇਹਦੀ ਤਾਂ ਜਿਹੜੀ ਲਾਈਨ ਆ ਇੱਧਰ ਨੂੰ ਜਾਣੀ ਚਾਹੀਦੀ ਸੀਗੀ, ਫਿਰ ਉਹ ਨਾ ਤਾਂ ਬੱਚਾ ਉਹਦੀ ਕਦੀ ਗਰੋਥ ਹੋ ਸਕਦੀ ਔਰ ਨਾ ਹੀ ਉਹ ਕਦੀ ਹੁਕਮ ਦਾ ਫਰਮਾਨ ਕਰ ਸਕਦਾ। ਹੁਣ ਇਸ ਤੋਂ ਅਗਲੀ ਗੱਲ ਜਿਹੜੀ ਆ ਉਹ ਇਹ ਆ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਹੁਕਮ ਦੀ ਗੱਲ ਆਉਂਦੀ ਆ ਕਿ ਉਹਨਾਂ ਨੇ ਹੁਕਮ ਮੰਨਿਆ, ਤਾਂ ਆਪਾਂ ਜਿਹੜੀ ਗੁਰੂ ਅੰਗਦ ਦੇਵ ਮਹਾਰਾਜ ਦੇ ਜੀਵਨ ਕਾਲ ਦੀਆਂ ਸਾਖੀਆਂ ਨੇ ਉਹਨਾਂ ਨੂੰ ਆਪਾਂ ਸਿਰਫ ਇੱਕ ਪੁਆਇੰਟਰ ਦੇ ਵਾਂਗੂ ਮੰਨਣਾ। ਉਹ ਪੁਆਇੰਟਰ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਮੂੰਹ 'ਚੋਂ ਜੋ ਵੀ ਬਚਨ ਨਿਕਲਿਆ ਉਹ ਭਾਈ ਲਹਿਣੇ ਵਾਸਤੇ ਹੁਕਮ ਹੋ ਗਿਆ, ਔਰ ਹੁਕਮ ਦੀ ਅਦੂਲੀ ਨਹੀਂ ਕੀਤੀ ਜਾ ਸਕਦੀ। ਹੁਕਮ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਮੇਰੀ ਮਰਜ਼ੀ ਨਹੀਂ। ਜੇ ਉਹ ਜਿਹੜਾ ਉਹਨਾਂ ਨੇ ਇੱਕ ਲੋਟਾ ਸੁੱਟ ਦਿੱਤਾ ਸੀਗਾ ਅਤੇ ਉਹਨੂੰ ਕਿਹਾ ਗਿਆ ਕਿ ਤੁਸੀਂ ਬਾਹਰ ਕੱਢ ਕੇ ਲਿਆਓ, ਉਹਨਾਂ ਦੇ ਆਪਣੇ ਜਿਹੜੇ ਪੁੱਤਰ ਆ ਉਹ ਕਹਿੰਦੇ ਕਿ ਇਹ ਚਿੱਕੜ ਦੇ ਵਿੱਚ ਪਿਆ ਸੀ ਕਿੱਦਾਂ ਕੱਢੀਏ, ਅਤੇ ਗੁਰੂ ਅੰਗਦ ਦੇਵ ਮਹਾਰਾਜ ਉਸ ਸਮੇਂ ਭਾਈ ਲਹਿਣਾ ਉਹ ਬਕਾਇਦਾ ਚਲੇ ਜਾਂਦੇ ਆ, ਨਾ ਤੁਸੀਂ ਉੱਥੇ ਸੀ ਨਾ ਮੈਂ ਉੱਥੇ ਸੀ, ਸਾਨੂੰ ਦੋਨਾਂ ਨੂੰ ਹੀ ਨਹੀਂ ਪਤਾ ਕਿ ਇਹ ਕਿਸੇ ਨੇ ਆਪਣੇ ਕੋਲੋਂ ਮਨਘੜਤ ਲਿਖੀ ਹੈ, ਜੋ ਬਹੁਤੇ ਲੋਕ ਕਹਿੰਦੇ ਆ ਕਿ ਤੇ ਮਨਘੜਤ ਦੀਆਂ ਕਹਾਣੀਆਂ, ਜਾਂ ਇਹ ਸੱਚੀ ਹੋਇਆ। ਸਾਡੇ ਲਈ ਕੀ ਇੰਪੋਰਟੈਂਟ ਹੈ ਕਿ ਇਹ ਹੋਇਆ ਹੋਵੇ ਜਾਂ ਨਾ ਹੋਇਆ ਹੋਵੇ, ਦੈਟਸ ਡਿਫਰੈਂਟ ਮੈਟਰ, ਪਰ ਹੁਕਮ ਮੰਨਿਆ ਗਿਆ। ਔਰ ਇਸ ਦੀ ਜਿਹੜੀ ਪ੍ਰਮਾਣਿਕਤਾ ਹੈ ਉਹ ਗੁਰਬਾਣੀ ਦੱਸਦੀ ਹੈ। ਗੁਰਬਾਣੀ ਦੇ ਵਿੱਚ ਇਹ ਬਕਾਇਦਾ ਆਉਂਦਾ ਹੈ ਕਿ ਹੁਕਮ ਮੰਨਣ ਦਾ ਜੋ ਹੈ ਉਹ ਨਜ਼ਰੀਆ ਕੀ ਹੈ ਔਰ ਉਹਦੀ ਇੰਪੋਰਟੈਂਸ ਕੀ ਹੈ। ਗੁਰਬਾਣੀ ਕਹਿੰਦੀ ਹੈ ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ। ਜਦੋਂ ਹੁਕਮ ਮੰਨਦਾ ਹੈ ਤਾਂ ਉਹ ਪ੍ਰਵਾਨ ਵੀ ਹੋ ਜਾਏ, ਉਦੋਂ ਫਿਰ ਖਸਮ ਦਾ ਮਹਿਲ, ਖਸਮ ਦੀ ਜਿਹੜੀ ਹੁਣ ਖਸਮੇ ਕਾ ਮਹਿਲ ਇੱਥੇ ਜਿਹੜੀ ਗੱਲ ਆਉਂਦੀ ਆ ਦੋ ਤਰੀਕੇ ਨਾਲ ਹੈ। ਮਹਿਲ ਦਾ ਮਤਲਬ ਇੱਥੇ ਮੈਂ ਗੁਰੂ ਅੰਗਦ ਦੇਵ ਮਹਾਰਾਜ ਦੇ ਨਾਲ ਜਦੋਂ ਜੋੜ ਕੇ ਦੇਖਦੀ ਹਾਂ ਤਾਂ ਮੈਂ ਉਹਨਾਂ ਦੀ ਜੋਤ ਦੀ ਜਗ੍ਹਾ ਸੋਚਦੀ ਹਾਂ, ਕਿਉਂਕਿ ਸਾਡੇ ਗੁਰੂ ਪਾਤਸ਼ਾਹ ਜਿੰਨੇ ਵੀ ਹੋਏ ਉਹ ਅਗਲੇ ਪਹਿਲੀ ਜੋਤ 9 ਮਹਿਲਾਂ 'ਚ ਗਈ ਹੈ, 9 ਮਹਿਲਾਂ 'ਚ ਗਈ ਹੈ। ਹੁਣ ਉਹ ਜਿਹੜਾ ਮਹਿਲ ਹੈ ਉਹ ਉਦੋਂ ਪਾਇਆ ਜਾਂਦਾ ਜਦੋਂ ਹੁਕਮ ਮੰਨਿਆ ਗਿਆ, ਜਦੋਂ ਇਸ ਲੈਵਲ ਦੇ ਉੱਤੇ ਆ ਗਏ ਕਿ ਜੇ ਮੇਰੇ ਗੁਰੂ ਨੇ ਕਹਿ ਤਾ ਉਹ ਸੱਚ ਆ, ਉਹ ਗਲਤ ਆ, ਉਹ ਜੋ ਵੀ ਆ, ਗੁਰੂ ਮੰਨਣ ਤੋਂ ਪਹਿਲਾਂ ਉਹਨੂੰ ਪਰਖ ਲਓ, ਕਿਉਂਕਿ ਗੁਰੂ ਨੇ ਵੀ ਪਰਖਣਾ ਤਾਂ ਤੁਸੀਂ ਵੀ ਪਰਖਣਾ। ਪਰ ਜਦੋਂ ਇੱਕ ਵਾਰੀ ਗੁਰੂ ਨੂੰ ਗੁਰੂ ਮੰਨ ਲਿਆ ਗਿਆ, ਉਸ ਤੋਂ ਬਾਅਦ ਕਿੰਤੂ ਪਰੰਤੂ ਨਹੀਂ ਹੋ ਸਕਦੀ। ਇਹ ਨਹੀਂ ਹੋ ਸਕਦਾ ਕਿ ਮੈਂ ਕਹਾਂ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮੇਰੇ ਗੁਰੂ ਵੀ ਨੇ ਅਤੇ ਉਸ ਤੋਂ ਬਾਅਦ ਮੈਂ ਉਹਨਾਂ ਦੀ ਬਾਣੀ ਦੇ ਵਿੱਚ ਨੁਕਤਾਚੀਨੀ ਵੀ ਕਰਦੀ ਫਿਰ ਮੈਂ ਇੰਨੀ ਸਿਆਣੀ ਨਹੀਂ। ਪਿੱਛੇ ਜਿਹੇ ਇੱਕ ਵੀਡੀਓ ਸੀਗੀ ਉਹ ਮੈਂ ਦੇਖਦੀ ਸੀਗੀ ਅਤੇ ਉਹਦੇ ਵਿੱਚ ਕੁਛ ਸੋ ਕਾਲਡ ਇੰਟੈਲੀਜੈਂਟ ਲੋਕ ਬੈਠੇ ਹੋਏ ਸੀਗੇ ਔਰ ਕੁਛ ਜਿਹੜੇ ਨੇ ਉਹ ਸਧਾਰਨ ਸਿੱਖ ਜਿਹੜੇ ਨੇ ਉਹ ਬੈਠੇ ਹੋਏ ਸੀ, ਗੁਰਸਿੱਖ ਕਹੂੰਗੀ, ਉਹ ਬੈਠੇ ਹੋਏ ਸੀ। ਔਰ ਉਹਨਾਂ ਨੂੰ ਜੋ ਪੁੱਛਿਆ ਜਾ ਰਿਹਾ ਸੀਗਾ ਉਹ ਕਿਹਾ ਜਾ ਰਿਹਾ ਸੀਗਾ ਕਿ ਗੁਰਬਾਣੀ ਜਿਹੜੀ ਆ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਿਰਫ ਸੰਕੇਤ ਮਾਤਰ ਨੇ, ਅਤੇ ਜਿਹੜੇ ਉਹ ਗੁਰਸਿੱਖ ਸੀ ਉਹ ਕਹਿ ਰਹੇ ਸੀ ਨਹੀਂ, ਜੋ ਗੁਰਬਾਣੀ ਵਿੱਚ ਲਿਖਿਆ ਉਹ ਅੱਖਰ ਟੂ ਅੱਖਰ ਸਹੀ ਹੈ, ਉਹ ਸੱਚ ਹੈ,
ਉਸ ਦੇ ਵਿੱਚ ਕੋਈ ਦੋ ਰਾਏ ਨਹੀਂ। ਤਾਂ ਉੱਥੋਂ ਅਗਲਾ ਸਵਾਲ ਇਹ ਆਉਂਦਾ ਕਿ ਅੱਛਾ, ਗੁਰਬਾਣੀ ਦੇ ਵਿੱਚ ਫਿਰ ਇੱਕ ਤੁਕ ਆਉਂਦੀ ਆ ਜਿਹਦੇ ਵਿੱਚ ਦੱਸਿਆ ਗਿਆ ਕਿ ਜਿਹੜੀਆਂ ਮੱਛੀਆਂ ਨੇ ਉਹ ਪਾਣੀ ਤੋਂ ਬਾਹਰ ਜਾ ਕੇ ਬਾਹਰ ਜਾਂਦੀਆਂ, ਪਾਣੀ ਤੋਂ ਬਾਹਰ ਉੱਡਦੀਆਂ, ਉਹ ਕਿੱਦਾਂ ਹੋ ਸਕਦਾ? ਹੁਣ ਉਹ ਜਿਹੜੇ ਗੁਰਸਿੱਖ ਸੀਗੇ ਸ਼ਾਇਦ ਉਹਨਾਂ ਕੋਲੇ ਪ੍ਰਮਾਣ ਨਾ ਹੋਵੇ, ਪਰ ਉਹਨਾਂ ਕੋਲੇ ਇੱਕ ਦ੍ਰਿੜਤਾ ਸੀ, ਔਰ ਉਹ ਕਹਿੰਦੇ ਕਿ ਜੇ ਮੇਰਾ ਗੁਰੂ ਕਹਿ ਰਿਹਾ ਤਾਂ ਹੋ ਸਕਦਾ, ਮੱਛੀਆਂ ਪਾਣੀ ਤੋਂ ਬਾਹਰ ਜਾ ਸਕਦੀਆਂ, ਜੇ ਦਰਖਤਾਂ 'ਤੇ ਚੜ੍ਹਦੀਆਂ, ਮੱਛੀਆਂ ਦਰਖਤਾਂ 'ਤੇ ਚੜ੍ਹਦੀਆਂ, ਅਗਰ ਮੇਰੇ ਗੁਰੂ ਨੇ ਕਿਹਾ ਤਾਂ ਇਹ ਹੋ ਸਕਦਾ। ਇਹ ਹੈ ਹੁਕਮ ਮੰਨਣਾ। ਜਿਹੜਾ ਕਿੰਤੂ ਵਾਲੀ ਗੱਲ ਹੈ ਨਾ, ਜਿਹਦੇ 'ਚ ਆਪਾਂ ਕਹਿੰਦੇ ਹਾਂ ਕਿ ਉਹ ਕਿੰਤੂ ਕੀਤਾ, ਉਹ ਕਿੰਤੂ ਤੁਸੀਂ ਪਹਿਲਾਂ ਕਰ ਲਓ, ਗੁਰੂ ਮੰਨਣ ਤੋਂ ਪਹਿਲਾਂ ਕਿੰਤੂ ਕਰ ਲਓ, ਕਿੰਤੂ ਕਰਕੇ ਸਮਝ ਕੇ ਪਰਖ ਕੇ ਉਸ ਤੋਂ ਬਾਅਦ ਗੁਰੂ ਮੰਨ ਲਓ। ਪਰ ਜਦੋਂ ਇੱਕ ਵਾਰੀ ਗੁਰੂ ਮੰਨ ਲਿਆ ਤਾਂ ਫਿਰ ਮੰਨਣਾ ਪਊਗਾ ਕਿ ਮੇਰੇ ਗੁਰੂ ਨੇ ਅਗਰ ਕਿਹਾ ਆ ਕਿ ਮੱਛੀਆਂ ਦਰਖਤਾਂ 'ਤੇ ਚੜ੍ਹਦੀਆਂ ਤਾਂ ਫਿਰ ਚੜ੍ਹਦੀਆਂ। ਔਰ ਉਸ ਤੋਂ ਬਾਅਦ ਕਿਸੇ ਗੁਰਸਿੱਖ ਨੇ ਇੱਕ ਹੋਰ ਵੀਡੀਓ ਡਿਸਕਵਰੀ ਚੈਨਲ ਦੀ ਦਿੱਤੀ, ਜਿਹਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਮੱਛੀਆਂ ਦੀ ਇੱਕ ਕਿਸਮ ਹੈ। ਇਹ ਬੜੀ ਤੁਸੀਂ ਆਪ ਡਿਸਕਵਰੀ ਦਾ ਕੁਛ ਵੀ ਇਹਨੂੰ ਬੇਸ਼ੱਕ ਤੁਸੀਂ ਜਿਹੜੇ ਕੀਵਰਡਸ ਆ ਉਹ ਟਾਈਪ ਕਰਕੇ ਦੇਖ ਲਿਓ, ਤੁਹਾਨੂੰ ਪਤਾ ਲੱਗ ਜਾਊਗਾ। ਮੱਛੀਆਂ ਦੀ ਇੱਕ ਕਿਸਮ ਹੈ ਜੋ ਬਾਕਾਇਦਾ ਛਲਾਂਗ ਲਗਾ ਕੇ ਪੱਤਿਆਂ 'ਤੇ ਆਉਂਦੀ ਆ ਔਰ ਪੱਤਿਆਂ ਦੇ ਉੱਤੇ ਹੀ ਆਪਣੇ ਆਂਡੇ ਦਿੰਦੀ ਹੈ ਔਰ ਫਿਰ ਉਹ ਪਾਣੀ ਦੇ ਵਿੱਚ ਚਲੀ ਜਾਂਦੀ ਹੈ। ਸੋ ਮੱਛੀਆਂ ਦਰਖਤਾਂ 'ਤੇ ਚੜ੍ਹਦੀਆਂ। ਹੁਣ ਇੱਥੇ ਮੈਂ ਕਹਿਣਾ ਕੀ ਚਾਹ ਰਹੀ ਹਾਂ, ਮੈਂ ਨਾ ਤਾਂ ਮੇਰਾ ਮੱਛੀਆਂ ਦੇ ਨਾਲ ਕੋਈ ਸਰੋਕਾਰ ਨਾ ਕਿਸੇ ਹੋਰ ਨਾਲ, ਮੇਰਾ ਸਰੋਕਾਰ ਸਿਰਫ ਇੰਨਾ ਕਿ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਮੰਨ ਲਿਆ, ਫਿਰ ਉਹਦੇ ਵਿੱਚ ਜੋ ਉਹ ਮੈਨੂੰ ਹੁਕਮ ਦਿੰਦੇ ਨੇ, ਜੋ ਮੈਨੂੰ ਅੱਖਰ ਟੂ ਅੱਖਰ ਜੋ ਫਰਮਾਨ ਦਿੰਦੇ ਨੇ, ਉਹ ਮੇਰੇ ਲਈ ਹੁਕਮ ਹੈ। ਉਹਨੂੰ ਮੈਂ ਇਨ ਬਿਨ ਇੰਝ ਹੀ ਮੰਨੂੰਗੀ। ਉਹਦੇ ਵਿੱਚ ਮੈਂ ਆਪਣੀ ਕੋਈ ਸਿਆਣਪ ਨਹੀਂ ਭੋਰੂੰਗੀ, ਕਿਉਂਕਿ ਜੇ ਮੈਂ ਆਪਣੀ ਸਿਆਣਪ ਭੋਰਦੀ, ਜੇ ਮੈਂ ਇੰਨੀ ਸਿਆਣੀ ਹੁੰਦੀ ਤਾਂ ਫਿਰ ਮੇਰਾ ਕੋਈ ਬਹੁਤ ਨਾਮ ਨਾ ਹੁੰਦਾ। ਅਸੀਂ ਕਿਉਂ ਇੱਦਾਂ ਹੀ ਹਾਂ, ਅਸੀਂ ਕਿਉਂ ਰੁਲੇ ਖੁਲੇ ਜਿਹੇ ਲੋਕ ਹਾਂ? ਕਿਉਂਕਿ ਅਸੀਂ ਆਪਣੇ ਆਪ ਨੂੰ ਸਿਆਣਾ ਸਮਝਣ ਲੱਗ ਗਏ, ਸਿਆਣੇ ਹੋਏ ਨਹੀਂ। ਸੋ ਹੁਕਮ ਦੀ ਜਿਹੜੀ ਹੈ ਉਹ ਬੜੀ ਇੰਪੋਰਟੈਂਸ ਆ। ਔਰ ਗੁਰੂ ਅੰਗਦ ਦੇਵ ਮਹਾਰਾਜ ਦੀ ਜਿਹੜੀ ਲਾਈਫ ਹੈ ਉਹ ਸਾਨੂੰ ਬਕਾਇਦਾ ਹੁਕਮ ਦੀ ਜਿਹੜੀ ਹੁਕਮ ਮੰਨਣ ਦੀ ਦ੍ਰਿੜਤਾ ਦਿਖਾਉਂਦੀ ਆ, ਜਿਸ ਨੂੰ ਫਾਈਨਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਜੀਵਨ ਦੇ ਵਿੱਚ ਪਰਖਦੇ ਨੇ। ਜਦੋਂ 5 ਸਿਰ ਮੰਗਦੇ ਨੇ ਤਾਂ ਉਹ ਕੀ ਸਮਝ ਰਹੇ ਨੇ, ਕੀ ਦੇਖ ਰਹੇ ਨੇ? ਉਹ ਹੁਕਮ ਦੀ ਜੋ ਦ੍ਰਿੜ ਸਾਨੂੰ ਇੱਕ ਰੂਲ, ਜੋ ਇੱਕ ਧਰਮ ਦਾ ਨਿਯਮ ਦਿਖਾਇਆ ਗਿਆ ਸੀ, ਉਸ ਨੂੰ ਦ੍ਰਿੜਤਾ ਦੇ ਵਿੱਚ ਦਿਖਾ ਰਹੇ ਨੇ। ਉਹ ਦੇਖ ਰਹੇ ਨੇ ਕਿ ਤੁਸੀਂ ਤੁਹਾਡਾ ਜੋ ਅਭਿਆਸ ਕਰਾਇਆ ਉਹ ਪੂਰਾ ਹੋਇਆ ਵੀ। 5 ਸਿਰ ਮੰਗਦੇ ਨੇ ਉਹ ਹੁਕਮ ਹੀ, ਕਿਉਂਕਿ ਜਿਹੜੇ ਉਦੋਂ ਵੀ ਜਿਹੜੇ ਇੰਟਲੈਕਚੁਅਲ ਮੇਰੇ ਵਰਗੇ ਆਪਣੇ ਆਪ ਨੂੰ ਸਮਝ ਕੇ ਬੈਠੇ ਹੋਣਗੇ, ਉਹ ਕਹਿੰਦੇ ਹੋਣੇ ਆ ਵੀ ਇਹਨਾਂ ਦਾ ਇਹ ਕੀ ਹੋ ਗਿਆ ਗੁਰੂ ਪਾਤਸ਼ਾਹ ਨੂੰ, ਇਹ ਇੱਦਾਂ ਕਿਉਂ ਕਰ ਰਹੇ ਆ, ਆਪਣੇ ਲੋਕਾਂ ਦੇ ਸਿਰ ਕਿਉਂ ਮੰਗ ਰਹੇ ਆ? ਅਤੇ ਜਿਹੜੀ ਸ਼ਰਧਾ ਸੀ ਉਹ ਬਕਾਇਦਾ ਸਿਰ ਦੇਣ ਪਹੁੰਚ ਜਾਂਦੀ ਆ। ਇਹ ਇੰਪੋਰਟੈਂਟ ਆ। ਸੋ ਜਿਹੜੀ ਆਪਾਂ ਅੰਧ ਭਗਤੀ ਕਹਿੰਦੇ ਆ ਨਾ, ਅੰਧ ਭਗਤੀ ਅਤੇ ਸ਼ਰਧਾ ਦੇ ਵਿੱਚ ਫ਼ਰਕ ਹੁੰਦਾ। ਬਹੁਤ ਸਾਰੇ ਲੋਕ ਇਸੇ ਕਨਫਿਊਜ਼ਨ ਦੇ ਵਿੱਚ ਆ ਜਾਂਦੇ ਆ ਕਿ ਇਹ ਅੰਧ ਭਗਤੀ ਹੈ ਜੀ। ਅੰਧ ਭਗਤੀ ਉਦੋਂ ਹੁੰਦੀ ਆ ਜਦੋਂ ਮੈਨੂੰ ਕਿਸੇ ਨੇ ਦੱਸਿਆ ਕਿ ਫਲਾਣਾ ਬਾਬਾ ਬਹੁਤ ਚੰਗਾ, ਤੂੰ ਉੱਥੇ ਚਲ ਜਾ, ਅਤੇ ਮੈਂ ਉੱਥੇ ਚਲੇਗੀ। ਫਿਰ ਅਗਲੇ ਨੇ ਕਿਹਾ ਕਿ ਨਹੀਂ, ਉਹ ਨਹੀਂ, ਫਲਾਣਾ ਬਹੁਤ ਵਧੀਆ, ਉੱਥੇ ਚਲ ਜਾ, ਅਤੇ ਉੱਥੇ ਚਲੇਗੀ। ਔਰ ਉੱਥੋਂ ਜੋ ਕਿਸੇ ਕਹਾਣੀਆਂ ਮੈਨੂੰ ਸੁਣੇ, ਮੈਂ ਉਹਨਾਂ ਉੱਤੇ ਵਿਸ਼ਵਾਸ ਕਰ ਲਿਆ। ਇੱਥੇ ਜੋ ਮੈਂ ਗੱਲ ਕਰ ਰਹੀ ਹਾਂ, ਉਹ ਮੈਂ ਇਹ ਗੱਲ ਕਰ ਰਹੀ ਹਾਂ ਕਿ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਮੰਨ ਲਿਆ, ਉਸ ਤੋਂ ਪਹਿਲਾਂ ਤੁਸੀਂ ਪੜ੍ਹੋ, ਚੰਗੀ ਤਰ੍ਹਾਂ ਪੜ੍ਹੋ, ਦੇਖੋ ਕਿ ਗੁਰੂ ਪਾਤਸ਼ਾਹ ਤੁਹਾਨੂੰ ਕਹਿ ਕੀ ਰਹੇ ਨੇ, ਦੇਖੋ ਕਿ ਉਹਨਾਂ ਦੇ ਨਿਯਮ ਕੀ ਨੇ, ਦੇਖੋ ਕਿ ਸਾਡੇ ਸਾਰੇ 10 ਗੁਰੂ ਪਾਤਸ਼ਾਹੀਆਂ ਦੀ ਜੀਵਨ ਕਾਲ ਉਹਨਾਂ ਨਿਯਮਾਂ ਨੂੰ ਦ੍ਰਿੜ ਕਿੱਦਾਂ ਕਰਵਾਉਂਦਾ। ਫਿਰ ਦੇਖੋ ਕਿ ਜੇ ਤੁਸੀਂ ਸਹਿਮਤ ਹੋ ਤਾਂ ਗੁਰੂ ਕਹੋ, ਜੇ ਨਹੀਂ ਤਾਂ ਫਿਰ ਠੀਕ ਹੈ, ਫਿਰ ਨਾ ਕਹੋ ਗੁਰੂ। ਪਰ ਜਦੋਂ ਇੱਕ ਵਾਰੀ ਗੁਰੂ ਕਹਿ ਲਿਆ ਤਾਂ ਉਸ ਤੋਂ ਬਾਅਦ ਕਿੰਤੂ ਨਹੀਂ ਹੋ ਸਕਦਾ। ਇਸ ਦਾ ਸਾਡੇ ਕੋਲ ਪ੍ਰਮਾਣ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਰਾਦਰ ਜਪਜੀ ਸਾਹਿਬ ਦੇ ਵਿੱਚ ਸਾਨੂੰ ਪਾਤਸ਼ਾਹ ਦੇ ਦਿੰਦੇ ਨੇ, ਜਦੋਂ ਉਹ ਕਹਿੰਦੇ ਨੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਤਾਂ ਅਗਲੀ ਲਾਈਨ ਦੇ ਵਿੱਚ ਜਵਾਬ ਦਿੰਦੇ ਨੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਕਿ ਜੇ ਤੁਸੀਂ ਹੁਕਮ ਦੀ ਰਜਾ ਦੇ ਵਿੱਚ, ਉਸ ਇੱਕ ਅਕਾਲ ਪੁਰਖ ਦੀ ਹੁਕਮ ਦੇ ਰਜਾ ਦੇ ਵਿੱਚ ਰਹਿੰਦੇ ਆ, ਤਾਂ ਉਦੋਂ ਫਿਰ ਤੁਸੀਂ ਕਿਵ ਸਚਿਆਰਾ ਹੋਈ ਹੈ, ਉਹ ਕਦਾਂ ਸਚਿਆਰੇ ਹੋ ਸਕਦੇ ਹਾਂ। ਹੁਣ ਇਸੇ ਨੂੰ ਅਗਰ ਆਪਾਂ ਅੱਗੇ ਜਪਜੀ ਸਾਹਿਬ ਦੇ ਵਿੱਚ ਦੇਖਦੇ ਹਾਂ ਤਾਂ ਆਉਂਦਾ ਕਿ ਹੁਕਮੀ ਹੋਵਣ ਕਾਰ ਹੁਕਮ ਨਾ ਕਹਿਆ ਜਾਈਏ। ਸਾਰੇ ਆਪਾਂ ਪੜ੍ਹਦੇ ਹਾਂ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮੇ ਲਿਖ ਦੁੱਖ ਸੁੱਖ ਪਾਈਏ।
एक ना हुक्मी बख्शीस एक हुक्मे सदा पवाई है, हुक्मे अंदर सब को बाहर हुक्म ना कोई, नानक हुक्मे जे बुझे ਤਾਂ ਹਉਮੈ ਕਹੇ ਨਾ ਕੋਈ। ਇਹ ਜਿਹੜੀ ਪੌੜੀ ਹੈ ਨਾ, ਇਹਨੂੰ ਧਿਆਨ ਨਾਲ ਅਗਰ ਆਪਾਂ ਪੜ੍ਹੀਏ ਤਾਂ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਸਾਨੂੰ ਸਮਝ ਲੱਗਦੀ ਹੈ ਕਿ ਗੁਰੂ ਪਾਤਸ਼ਾਹ ਨੇ ਇਹਦੇ ਵਿੱਚ ਦੁਨੀਆ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ ਉਹਨਾਂ ਦਾ ਹੱਲ ਦੱਸਿਆ ਹੋਇਆ। ਕਿੱਦਾਂ? ਸਭ ਤੋਂ ਪਹਿਲੀ ਗੱਲ ਤਾਂ ਇਹ ਗੱਲ ਉਹਨਾਂ ਨੇ ਦ੍ਰਿੜ ਕਰਾ ਦਿੱਤੀ ਕਿ ਇਸ ਪੂਰੇ ਸੰਸਾਰ ਦੇ ਵਿੱਚ, ਇਸ ਪੂਰੇ ਬ੍ਰਹਿਮੰਡ ਦੇ ਵਿੱਚ ਜੋ ਕੁਛ ਵੀ ਹੈ ਉਹ ਹੁਕਮ ਦੇ ਹੀ ਆਧਾਰ ਦੇ ਉੱਤੇ ਹੈ। ਹੁਕਮ ਨੇ ਹੀ ਉਸ ਨੂੰ ਉਸ ਅਕਾਲ ਪੁਰਖ ਦੇ ਹੁਕਮ ਦੇ ਨਾਲ ਹੀ ਉਸ ਨੂੰ ਆਕਾਰ ਮਿਲਿਆ। ਪਰ ਉਸ ਦਾ ਹੁਕਮ ਕੀ ਆ ਉਹ ਕਿਹਾ ਵੀ ਨਹੀਂ ਜਾ ਸਕਦਾ ਔਰ ਡਿਸਕ੍ਰਾਈਬ ਨਹੀਂ ਕੀਤਾ ਜਾ ਸਕਦਾ। ਜੇ ਆਪਾਂ ਇਹ ਸੋਚੀਏ ਕਿ ਅਸੀਂ ਆਪਣੀ ਜ਼ੁਬਾਨ ਤੋਂ ਬਕਾਇਦਾ ਡਿਸਕ੍ਰਿਪਸ਼ਨ ਦੇ ਦਾਂਗੇ, ਉਹ ਪੋਸੀਬਿਲਿਟੀ ਨਹੀਂ ਹੈ। ਹੁਕਮ ਦੇ ਨਾਲ ਹੀ ਕਿਸੇ ਨੂੰ ਵਡਿਆਈ ਮਿਲ ਸਕਦੀ ਹੈ। ਹੁਕਮ ਦੇ ਨਾਲ ਹੀ ਦੁੱਖ ਵੀ ਹੈ, ਸੁੱਖ ਵੀ ਹੈ। ਹੁਕਮ ਦੇ ਅੰਦਰ ਹੀ ਸਭ ਕੁਛ ਹੈ। ਔਰ ਫਾਈਨਲੀ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਜੇ ਆਪਾਂ ਇਸ ਗੱਲ ਨੂੰ ਆਪਣੇ ਪੱਲੇ ਬੰਨ੍ਹ ਲਈਏ ਔਰ ਇਸ ਨੂੰ ਆਪਣੇ ਬੱਚਿਆਂ ਨੂੰ ਦ੍ਰਿੜ ਕਰਾਉਣਾ ਸ਼ੁਰੂ ਕਰ ਦਈਏ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਤਾਂ ਯਕੀਨ ਮੰਨਿਓ ਜੇ ਕਿ ਸਾਡੀ ਜਿਹੜੀ ਕਮਿਊਨਿਟੀ ਜਾਂ ਵੈਸੇ ਵੀ ਦੁਨੀਆ ਦੇ ਵਿੱਚ ਜਿਹੜੀਆਂ ਮੈਂਟਲ ਹੈਲਥ ਦੀਆਂ ਪ੍ਰੋਬਲਮਸ ਨੇ ਨਾ, ਉਹ ਮੈਜੋਰਿਟੀ ਖਤਮ ਹੋ ਜਾਣਗੀਆਂ, 100% ਖਤਮ ਹੋ ਜਾਣਗੀਆਂ। ਮੇਰੇ ਕੋਲੋਂ ਕਿਸੇ ਨੇ ਸਵਾਲ ਕੀਤਾ ਇਸੇ ਹੀ ਪੌੜੀ ਦੇ ਉੱਤੇ। ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਫੋਨ ਉਹਨਾਂ ਨੇ ਕੀਤਾ, ਮੈਨੂੰ ਕਹਿੰਦੇ ਕਿ ਜਿਹੜਾ ਧਰਮ ਹੈ ਨਾ ਜੀ, ਉਹ ਬੰਦੇ ਨੂੰ, ਮੈਂ ਤਾਂ ਹੀ ਪਹਿਲਾਂ ਅੰਧ ਭਗਤੀ ਦੀ ਗੱਲ ਕਰ ਚੁੱਕੀ, ਉਹ ਅੰਧ ਭਗਤ ਬਣਾਉਂਦਾ। ਧਰਮ ਕਹਿੰਦਾ ਹੈ ਕਿ ਤੁਹਾਨੂੰ ਦੁੱਖ ਹੈ, ਤੁਹਾਨੂੰ ਸੁੱਖ ਹੈ, ਉਹ ਹੁਕਮ ਦੇ ਵਿੱਚ ਹੈ। ਤੁਸੀਂ ਗਰੀਬ ਹੋ, ਅਮੀਰ ਹੋ, ਹੁਕਮ ਦੇ ਵਿੱਚ ਹੋ। ਤਾਂ ਇਸ ਦੇ ਵਿੱਚ ਨਾ ਤੁਹਾਨੂੰ ਪ੍ਰੋਗਰੈਸ ਕਰਨ ਦੇ ਬਾਰੇ ਉਹ ਨਹੀਂ ਦੱਸਦਾ। ਹੁਕਮ ਜਿਹੜਾ ਧਰਮ ਹੈ ਉਹ ਪ੍ਰੋਗਰੈਸ ਨਹੀਂ ਦੱਸਦਾ। ਅਤੇ ਕਹਿੰਦੇ ਜਿਹੜੀ ਸਾਇੰਸ ਹੈ ਉਹ ਹਰ ਬੰਦੇ ਨੂੰ ਕਹਿੰਦੀ ਹੈ ਕਿ ਤੂੰ ਵੀ ਉਹਦੇ ਜਿੰਨਾ ਅਮੀਰ ਹੋ ਸਕਦਾ, ਤੂੰ ਵੀ ਉਹਦੇ ਜਿੰਨਾ ਸੁਖੀ ਹੋ ਸਕਦਾ, ਤੂੰ ਇਸ ਕਰਕੇ ਤੂੰ ਮਿਹਨਤ ਕਰ। ਮੈਂ ਉਹਨਾਂ ਨੂੰ ਜਵਾਬ ਦਿੱਤਾ ਕਿ ਪਤਾ ਨਹੀਂ ਤੁਸੀਂ ਕਿਹੜੇ ਧਰਮ ਦੀ ਗੱਲ ਕਰ ਰਹੇ ਹੋ, ਇਹ ਸਿੱਖੀ ਦੇ ਵਿੱਚ ਤਾਂ ਇੱਦਾਂ ਦੀ ਕੋਈ ਗੱਲ ਨਹੀਂ ਹੈ। ਅਤੇ ਉਹ ਕਹਿੰਦੇ ਜੀ ਆਹ ਦੇਖੋ, ਆਹ ਪੌੜੀ ਆ। ਫਿਰ ਮੈਂ ਉਹਨਾਂ ਨੂੰ, ਮੇਰਾ ਹਾਸਾ ਵੀ ਆਇਆ ਅਤੇ ਮੈਂ ਨਾਲੇ ਉਹਨਾਂ ਨੂੰ ਇਹ ਵੀ ਕਿਹਾ ਕਿ ਮੈਂ ਪਹਿਲਾਂ ਥੋੜ੍ਹਾ ਚਿਰ ਚੁੱਪ ਕਰ ਗਈ। ਜਦੋਂ ਮੈਂ ਚੁੱਪ ਕੀਤੀ ਸ਼ਾਇਦ ਉਹਨਾਂ ਨੂੰ ਇਹ ਲੱਗਾ ਕਿ ਮੈਂ ਮੰਨ ਗਈ ਹਾਂ ਉਹਨਾਂ ਦੀ ਗੱਲ। ਔਰ ਕਿਉਂਕਿ ਫੋਨ ਦੇ ਉੱਤੇ ਸੀਗੇ, ਇਮੀਡੀਏਟਲੀ ਉਹਨਾਂ ਨੇ ਬੋਲਿਆ ਕਿ ਤੁਸੀਂ ਵੀ ਧਿਆਨ ਨਾਲ ਸੋਚਿਓ, ਤੁਸੀਂ ਮੰਨਦੇ ਹੋ ਨਾ? ਮੈਂ ਕਿਹਾ ਕਿ ਜਿਸ ਤਰੀਕੇ ਨਾਲ ਤੁਸੀਂ ਮੇਰੀ ਚੁੱਪ ਨੂੰ ਆਪਣੀ ਮਰਜ਼ੀ ਦੇ ਨਾਲ ਇੰਟਰਪ੍ਰੈਟ ਕਰ ਲਿਆ ਨਾ, ਬਿਲਕੁਲ ਇਸੇ ਤਰੀਕੇ ਨਾਲ ਤੁਸੀਂ ਇੱਕ ਤੁਕ ਨੂੰ ਜਾਂ ਇੱਕ ਪੌੜੀ ਨੂੰ ਆਪਣੀ ਮਰਜ਼ੀ ਨਾਲ ਇੰਟਰਪ੍ਰੈਟ ਕਰ ਰਹੇ ਹੋ। ਜੇ ਗੁਰੂ ਘਰ ਦੇ ਵਿੱਚ, ਜੇ ਸਿੱਖੀ ਦੇ ਘਰ ਦੇ ਵਿੱਚ ਮਿਹਨਤ ਦਾ ਕੋਈ ਮੁੱਲ ਨਾ ਹੁੰਦਾ ਤਾਂ ਗੁਰੂ ਨਾਨਕ ਪਾਤਸ਼ਾਹ ਆਪ ਮੋਦੀਖਾਨੇ ਜਾ ਕੇ ਅਤੇ ਨੌਕਰੀ ਨਾ ਕਰਦੇ। ਗੁਰੂ ਨਾਨਕ ਪਾਤਸ਼ਾਹ ਆਪ ਹਲ ਨਾ ਵਾਹੁੰਦੇ। ਇਹ ਗੱਲਾਂ ਤਾਂ ਗੁਰੂ ਨਾਨਕ ਪਾਤਸ਼ਾਹ, ਕਿਰਤ ਕਮਾਈ ਦੀ ਗੱਲ ਤਾਂ ਗੁਰੂ ਨਾਨਕ ਪਾਤਸ਼ਾਹ ਪਹਿਲੇ ਜਾਮੇ 'ਚ ਹੀ ਕਰ ਦਿੰਦੇ ਨੇ। ਸੋ ਸਾਨੂੰ ਇਹ ਬਕਾਇਦਾ, ਇਹ ਸਾਡੇ ਲਈ ਤਾਂ ਇੱਕ ਰੂਲ ਹੈ। ਆਪਾਂ ਇਹ ਪਿੱਛੇ ਡਿਸਕਸ ਕਰ ਚੁੱਕੇ ਕਿ ਨਿਯਮ ਹੈ ਕਿ ਸਿੱਖ ਨੂੰ ਕਿਰਤ ਕਮਾਈ ਕਰਨੀ ਹੀ ਪੈਣੀ ਹੈ। ਪਰ ਇਹ ਜਿਹੜਾ ਹੁਕਮ ਦੀ ਗੱਲ ਆਉਂਦੀ ਆ, ਉਹ ਕਿਉਂ ਇੰਪੋਰਟੈਂਟ ਆ? ਕਿਉਂਕਿ ਜਦੋਂ ਆਪਾਂ ਹੁਕਮ ਦੀ ਗੱਲ ਕਰਾਂਗੇ ਨਾ, ਕਿ ਫਿਰ ਅਸੀਂ ਆਪਣੀ ਮਿਹਨਤ ਪੂਰੀ ਕਰਾਂਗੇ, ਅਸੀਂ ਮਿਹਨਤ ਕਰਾਂਗੇ, ਪਰ ਉਹ ਸਾਡਾ, ਅਸੀਂ ਹਾਰਦੇ ਹਾਂ, ਅਸੀਂ ਜਿੱਤਦੇ ਹਾਂ, ਉਹ ਹੁਕਮ ਦੀ ਗੱਲ ਆ ਜਾਂਦੀ ਆ। ਉਹ ਹੁਕਮ ਆ ਗਿਆ, ਫਿਰ ਅਸੀਂ ਦੇਖਦੇ ਹਾਂ ਉਹ ਹੁਕਮ ਦੇ ਵਿੱਚ ਹੋਇਆ ਜੋ ਹੋਇਆ। ਉਹਦੇ ਨਾਲ ਹੁੰਦਾ ਕੀ ਆ? ਉਹਦੇ ਨਾਲ ਇਹ ਹੁੰਦਾ ਕਿ ਮੈਂ ਕਰਤਾ ਨਹੀਂ ਰਹਿ ਜਾਂਦੀ, ਮੈਂ ਕਿਤੇ ਵੀ ਕਰਤਾ ਨਹੀਂ ਰਹਿ ਜਾਂਦੀ, ਕਰਤਾ ਕੋਈ ਹੋਰ ਹੋ ਜਾਂਦਾ। ਮੈਂ ਸਿਰਫ, ਮੇਰੇ ਥਰੂ ਉਹ ਕੰਮ ਹੋ ਰਿਹਾ, ਮੈਂ ਉਹ ਕਰ ਰਹੀ ਹਾਂ ਔਰ ਹੋ ਹੁਕਮ ਦੇ ਵਿੱਚ ਰਿਹਾ। ਇਹ ਗੱਲ ਇੰਪੋਰਟੈਂਟ ਆ। ਹੁਕਮ ਮੰਨਣ ਦਾ ਮਤਲਬ ਜਿਹੜਾ ਹੈ ਉਹ ਇੱਥੇ ਇਹ ਨਹੀਂ ਹੈ ਕਿ ਤੁਸੀਂ ਕਿਰਤ ਕਰਨੀ ਛੱਡ ਦਿਓ ਜਾਂ ਮਿਹਨਤ ਕਰਨੀ ਛੱਡ ਦਿਓ, ਤਾਂ ਬਲਕਿ ਇਹਦਾ ਮਤਲਬ ਇਹ ਹੈ ਕਿ ਜੋ ਵੀ ਤੁਸੀਂ ਕਰ ਰਹੇ ਆ, ਉਹ ਇਹ ਸੋਚੋ ਕਿ ਮੈਂ ਨਹੀਂ ਕਰ ਰਿਹਾ, ਉਹ ਕਰਤਾ ਕਰ ਰਿਹਾ, ਉਸ ਦੇ ਹੁਕਮ ਦੇ ਵਿੱਚ ਹੋ ਰਿਹਾ। ਹੁਕਮ ਰਜਾਈ ਚੱਲਣਾ ਹੈ ਨਾ, ਨਾਨਕ ਲਿਖਿਆ ਨਾਲ, ਜਾਂ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਵੀ ਚੀਜ਼ ਜੋ ਹੋ ਰਹੀ ਆ ਉਹ ਹੁਕਮ ਦੇ ਬਾਹਰ ਨਹੀਂ ਹੋ ਰਹੀ। ਹੁਣ ਇਹਦੇ ਵਿੱਚ ਅੱਗੇ ਜਿਹੜੀ ਡਿਬੇਟ ਆ ਜਾਂਦੀ ਹੈ, ਉਹ ਆ ਜਾਂਦੀ ਜਿਹੜੇ ਫਿਰ ਬੁਰੇ ਲੋਕ ਨੇ, ਜਿਹੜੇ ਬੁਰੇ ਕਰਮ ਕਰਦੇ ਨੇ, ਉਹ ਫਿਰ ਉਹਨਾਂ ਨੂੰ ਆਪਾਂ ਹੁਕਮ ਦੀ ਗੱਲ ਕਿਉਂ ਨਹੀਂ ਕਰਦੇ? ਇਹ ਇੱਕ ਅਗਲੀ ਹੋਰ ਲੰਬੀ ਡਿਬੇਟ ਹੈ, ਇਹਦੇ ਉੱਪਰ ਵੀ ਆਪਾਂ ਆਵਾਂਗੇ। ਪਰ ਉਹ ਕੀ ਆ ਕਿ ਜਦੋਂ ਆਪਾਂ ਕਰਮ ਕਰਦੇ ਹਾਂ, ਜੇ ਉਹ ਜਿਹੜਾ ਗਲਤ ਕੰਮ ਕਰ ਰਿਹਾ ਨਾ, ਜੇ ਉਸਨੇ ਇਹ ਮੰਨਿਆ ਹੁੰਦਾ ਕਿ ਮੈਂ ਹੁਕਮ ਦੇ ਵਿੱਚ ਕਰ ਰਿਹਾ, ਤਾਂ ਉਹ ਗਲਤ ਕੰਮ ਕਰਦਾ ਹੀ ਨਾ। ਕਿਉਂਕਿ
ਉਹ ਉਸ ਟਾਈਮ 'ਤੇ ਕਰਤਾ ਹੋ ਗਿਆ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਲੋਕ ਜਿਨ੍ਹਾਂ ਦੇ ਘਰ ਅੱਜ ਵੀ ਇਹ ਗੱਲਾਂ ਚੱਲ ਰਹੀਆਂ, ਕਿਸੇ ਦੇ ਘਰ ਬੇਟੀ ਹੋਈ ਆ ਤਾਂ ਉਹਨੂੰ ਜਾਂ ਪਹਿਲਾਂ ਟੈਸਟ ਕਰਾ ਲੈਂਦੇ ਆ ਕਿ ਬੇਟੀ ਹੋ ਰਹੀ ਆ, ਉਹ ਪਹਿਲਾਂ ਹੀ ਉਹਨੂੰ ਕੁੱਖ ਦੇ ਵਿੱਚ ਹੀ ਮਾਰ ਦਿੰਦੇ ਆ, ਜਾਂ ਕਿਸੇ ਦੀ ਦਾਜ ਦੇ ਕਰਕੇ ਧੀ ਸਾੜ ਦਿੰਦੇ। ਉਹ ਕਿਉਂ ਹੁੰਦਾ? ਕਿਉਂਕਿ ਉਹਨਾਂ ਨੂੰ ਲੱਗਦਾ ਕਿ ਮੈਂ ਕਰਤਾ ਆ, ਇਹ ਮੇਰਾ ਹੁਕਮ ਚੱਲਣਾ ਚਾਹੀਦਾ, ਮੈਨੂੰ ਮੁੰਡਾ ਚਾਹੀਦਾ ਸੀ, ਕੁੜੀ ਕਿੱਦਾਂ ਹੋ ਗਈ, ਮੈਨੂੰ ਤਾਂ ਇੰਨਾ ਦਾਜ ਚਾਹੀਦਾ ਸੀ, ਇੰਨਾ ਘੱਟ ਕਿੱਦਾਂ ਆ ਗਿਆ। ਉਹ ਆਪਣਾ ਹੁਕਮ ਸੋਚ ਕੇ ਚੱਲਦੇ ਆ। ਜੇਕਰ ਉਹਨਾਂ ਨੇ ਸਮਝ ਲਿਆ ਹੁੰਦਾ ਕਿ ਹੁਕਮ ਉਹਦਾ ਹੀ ਚੱਲਣਾ ਆ, ਤਾਂ ਫਿਰ ਉਹ ਇਹੋ ਜਿਹੀਆਂ ਚੱਕਰ 'ਚ ਪੈਣੇ ਨਹੀਂ ਸੀਗੇ। ਜੇਕਰ ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਦੇ ਲੜ ਲਾ ਦਈਏ, ਜੇ ਆਪਾਂ ਗੁਰੂ ਦੀ ਬਾਣੀ ਦੇ ਨਾਲ ਲੜ ਲਾ ਦਈਏ ਉਹਨਾਂ ਨੂੰ, ਤਾਂ ਅਸੀਂ ਬਹੁਤ ਹਿੱਸਿਆਂ ਦੇ ਵਿੱਚ, ਬਹੁਤਾਤ ਦੇ ਵਿੱਚ ਇੱਕ ਬਹੁਤ ਸੋਹਣਾ ਸਮਾਜ ਸਿਰਜ ਸਕਦੇ ਹਾਂ, ਜੋ ਕਿ ਇਸ ਟਾਈਮ 'ਤੇ ਔਖਾ ਆ। ਆਪਾਂ ਕੀ ਸੋਚਦੇ ਹਾਂ ਕਿ ਇਹ ਜਿਹੜਾ ਬੰਗਲਾ ਹੈ ਨਾ, ਇਹ ਮੈਂ ਬਣਾਇਆ, ਇਹ ਜਿੱਤ ਮੇਰੀ ਹੈ, ਇਹ ਜੋ ਕੁਛ ਵੀ ਹੋ ਰਿਹਾ ਮੈਂ ਕੀਤਾ, ਇਹ ਜਿਹੜਾ ਮੇਰੇ ਕੋਲ ਕਾਰ ਹੈ, ਮੈਂ ਰੇਂਜ ਰੋਵਰ ਰਹੀ ਆ। ਜਿੰਨੀ ਵੀ ਅੱਜ ਤੁਸੀਂ ਜਾਂ ਆਪਾਂ ਸਾਰੇ ਹਉਮੈ ਦੇਖ ਰਹੇ ਹਾਂ, ਜੋ TV ਚੈਨਲਾਂ ਦੇ ਉੱਪਰ ਬੜੇ ਪ੍ਰਸਿੱਧ ਚੱਲ ਰਹੇ ਨੇ, ਕੁਛ ਗਾਇਕ ਨੇ ਜਾਂ ਕੋਈ ਪਲੇਜ਼ ਨੇ ਜਾਂ ਕੁਛ ਵੀ, ਉਹ ਜਿਹੜੀ ਆਪਾਂ ਹਉਮੈ ਦੇਖ ਰਹੇ ਹਾਂ ਨਾ ਕਿ ਸਾਡੇ ਕੋਲ ਆ ਜੀ, ਸਾਡੇ ਕੋਲ ਉਹ ਬੇਸਿਕਲੀ ਕੀ ਆ? ਕਿਉਂਕਿ ਅਸੀਂ ਇਹ ਸੋਚ ਰਹੇ ਕਿ ਮੇਰੇ ਹੁਕਮ ਨਾਲ ਹੋ ਰਿਹਾ। ਔਰ ਜਿਸ ਦਿਨ ਇਹ ਚੀਜ਼ਾਂ ਹੋਣੀਆਂ ਬੰਦ ਹੋ ਗਈਆਂ, ਜਾਂ ਉਹ ਜਿਹੜੀ ਕਾਰ ਹੈ, ਉਹ ਬੰਗਲਾ, ਅਸੀਂ ਇੱਕ ਦੀ ਸੋਚਿਆ ਹੀ ਨਹੀਂ ਕਿ ਹੁਕਮ ਉਹਦਾ ਹੀ ਸੀ, ਮੈਨੂੰ ਸੁੱਖ ਹੈ, ਮੈਨੂੰ ਦੁੱਖ ਹੈ, ਉਹਦੇ ਹੁਕਮ ਦੇ ਵਿੱਚ ਸੀ। ਜਦੋਂ ਅਸੀਂ ਇਹ ਸੋਚਣਾ ਸ਼ੁਰੂ ਕਰ ਦਿਆਂਗੇ ਕਿ ਇਹ ਉਸੇ ਦੇ ਹੁਕਮ ਦੇ ਵਿੱਚ ਹੋ ਰਿਹਾ, ਉਦੋਂ ਅਸੀਂ ਫਿਰ ਊਚ ਨੀਚ ਦਾ ਜਿਹੜਾ ਭਾਵ ਹੈ ਨਾ, ਉਹ ਵੀ ਖਤਮ ਕਰ ਦਿਆਂਗੇ। ਜਦੋਂ ਅਸੀਂ ਇਹ ਸੋਚ ਲਾਵਾਂਗੇ ਕਿ ਅਗਰ ਮੇਰੇ ਕੋਲ 4 ਪੈਸੇ ਹੈਗੇ ਆ ਤਾਂ ਉਹਦੇ ਹੁਕਮ ਦੇ ਵਿੱਚ ਹੈ, ਜਿਹਦੇ ਕੋਲ ਨਹੀਂ ਹੈਗੇ ਉਹ ਵੀ ਉਹਦੇ ਹੁਕਮ ਦੇ ਵਿੱਚ ਨਹੀਂ ਹੈਗੇ, ਉਸ ਸਮੇਂ ਅਸੀਂ ਉਸ ਮਾੜੇ ਨੂੰ ਜਾਂ ਉਸ ਗਰੀਬ ਬੰਦੇ ਨੂੰ ਵੀ ਉਨੀ ਇੱਜ਼ਤ ਦੇਵਾਂਗੇ ਜਿੰਨੀ ਅਸੀਂ ਅਮੀਰ ਨੂੰ ਦੇਵਾਂਗੇ। ਉਸ ਸਮੇਂ ਅਸੀਂ ਕਿਸੇ ਅਮੀਰ ਦੇ ਲਈ ਸਿਰਫ ਆਪਣੀ ਸੀਟ ਨਹੀਂ ਛੱਡਾਂਗੇ, ਅਸੀਂ ਕਿਸੇ ਗਰੀਬ ਲਈ ਵੀ ਉਵੇਂ ਹੀ ਛੱਡ ਦਿਆਂਗੇ। ਪ੍ਰੋਬਲਮ ਇੱਥੇ ਆ ਗਈ ਕਿ ਅਸੀਂ ਇਹ ਸਮਝਣਾ ਸ਼ੁਰੂ ਕਰ ਦਿੱਤਾ ਕਿ ਇਹ ਜੋ ਕੁਛ ਵੀ ਬਣ ਰਿਹਾ, ਜੋ ਕੁਛ ਵੀ ਹੋ ਰਿਹਾ, ਉਹ ਮੈਂ ਕਰ ਰਿਹਾ। ਮੈਂ ਕੁਝ ਅਚੀਵ ਨਹੀਂ ਕਰ ਸਕੀ ਤਾਂ ਫੇਲੀਅਰ ਵੀ ਮੇਰਾ ਆਪਣਾ ਹੋ ਗਿਆ। ਜੇ ਸਕਸੈਸ ਮੇਰੀ ਆਪਣੀ ਹੈ ਤਾਂ ਫੇਲੀਅਰ ਵੀ ਤਾਂ ਆਪ ਹੀ ਲਊਂਗੀ ਨਾ। ਜਦੋਂ ਮੈਨੂੰ ਇਹ ਗੁੜਤੀ ਹੀ ਨਹੀਂ ਮਿਲੀ ਕਿ ਜੋ ਕੁਛ ਵੀ ਹੋਣਾ ਉਸ ਦੀ ਹੁਕਮ ਦੇ ਵਿੱਚ ਹੋਣਾ, ਫਿਰ ਜਦੋਂ ਮੈਂ ਅਗਰ ਕਿਸੇ ਨੂੰ ਕੋਈ ਸਕਸੈਸ ਮਿਲਦੀ ਹੈ ਤਾਂ ਉਹ ਕਰਤਾ ਬਣ ਕੇ ਬੈਠਦਾ, ਫੇਲੀਅਰ ਵਾਲਾ ਵੀ ਆਪ ਹੀ ਕਰਤਾ ਬਣ ਕੇ ਬੈਠ ਜਾਂਦਾ। ਕੋਈ ਬੱਚਾ ਫੇਲ ਹੋ ਗਿਆ ਤਾਂ ਉਹਨੂੰ ਲੱਗਦਾ ਮੈਂ ਨਹੀਂ ਕਰ ਪਾਇਆ, ਜਾਂ ਕੋਈ ਬਾਹਰ ਨਹੀਂ ਜਾ ਸਕਿਆ, ਉਹਨੂੰ ਲੱਗਦਾ ਮੈਂ ਨਹੀਂ ਕਰ ਪਾਇਆ, ਕਿਸੇ ਕੋਲੋਂ ਕਰਜ਼ਾ ਨਹੀਂ ਮੋੜਿਆ ਗਿਆ, ਉਹਨੂੰ ਲੱਗਦਾ ਮੈਂ ਨਹੀਂ ਕਰ ਪਾਇਆ। ਔਰ ਉਸ ਪੂਰੇ ਚੱਕਰ ਦੇ ਵਿੱਚ ਜਿਹੜਾ ਸੁਸਾਈਡਸ ਦਾ ਇੱਕ ਲੰਬਾ ਸਿਲਸਿਲਾ ਚੱਲਦਾ ਆ ਰਿਹਾ ਪੰਜਾਬ ਦੇ ਵਿੱਚ ਵੀ ਔਰ ਬਾਹਰਲਿਆਂ ਮੁਲਕਾਂ ਦੇ ਵਿੱਚ ਵੀ, ਉਹ ਉਸੇ ਦੇ ਵਿੱਚੋਂ ਨਿਕਲਦਾ। ਬੇਸਿਕਲੀ ਜਦੋਂ ਅਸੀਂ ਸਕਸੈਸਫੁਲ ਹੁੰਦੇ ਹਾਂ ਤਾਂ ਸਾਡੇ ਨਾਲ ਇੱਕ ਰੋਗ ਲੱਗ ਜਾਂਦਾ, ਹਉਮੈ, ਹੰਕਾਰ ਦਾ ਰੋਗ। ਉਹ ਕਿਉਂ ਆਉਂਦਾ? ਕਿਉਂਕਿ ਅਸੀਂ ਹੁਕਮ ਨੂੰ ਸਮਝਿਆ ਹੀ ਨਹੀਂ। ਅਸੀਂ ਸਮਝਿਆ ਹੀ ਨਹੀਂ ਕਿ ਇਹ ਸਭ ਕੁਛ ਤਾਂ ਉਹਦੀ ਰਜ਼ਾ ਦੇ ਵਿੱਚ ਚੱਲ ਰਿਹਾ ਹੈ, ਇਹ ਸਭ ਕੁਛ ਤਾਂ ਉਸੇ ਦੇ ਹੁਕਮ ਦੇ ਵਿੱਚ ਹੋ ਰਿਹਾ। ਜੇ ਅਸੀਂ ਇਹ ਸਮਝ ਲੈਂਦੇ ਤਾਂ ਜਿਹੜੇ ਸਾਡੇ ਬੱਚੇ ਆ ਉਹ ਜਿਹੜੀ ਉਹਨਾਂ ਦੇ ਕੋਲ ਗੱਡੀ ਆਈ ਨਾ, ਉਹ ਉਸ ਦੀ ਰਹਿਮਤ ਸਮਝਦੇ, ਅਤੇ ਅਗਰ ਉਹ ਉਸ ਨੂੰ ਉਸ ਦੀ ਰਹਿਮਤ ਸਮਝ ਕੇ ਚੱਲਦੇ ਤਾਂ ਕਦੀ ਵੀ ਉਸ ਗੱਡੀ ਨੂੰ ਓਵਰ ਸਪੀਡ ਨਾ ਕਰਦੇ, ਉਹਨਾਂ ਦੇ ਐਕਸੀਡੈਂਟ ਨਾ ਹੁੰਦੇ। ਬਹੁਤ ਸਾਰੇ, ਅਗਰ ਤੁਸੀਂ ਇਸ ਦਾ ਇੱਕ ਪੂਰਾ ਦੇਖੋ ਨਾ, ਪੈਟਰਨ ਦੇਖੋ ਪਿਛਲੇ ਕੁਝ ਸਮਿਆਂ ਦੇ ਵਿੱਚ, ਖਾਸ ਤੌਰ 'ਤੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਸਾਡੇ ਜਿਹੜੇ ਬੱਚਿਆਂ ਦੇ ਐਕਸੀਡੈਂਟਸ ਦੇ ਵਿੱਚ ਜਿਨ੍ਹਾਂ ਦੀਆਂ ਜਾਨਾਂ ਗਈਆਂ ਓਵਰ ਸਪੀਡ ਦੇ ਕਰਕੇ, ਉਹ ਜ਼ਰਾ ਆਪਾਂ ਸੋਚ ਕੇ ਦੇਖੀਏ ਕਿ ਉਹਨਾਂ ਨੂੰ ਕਿਉਂ ਲੱਗਾ ਕਿ ਮੈਂ ਇਹਨੂੰ ਇਸ ਓਵਰ ਸਪੀਡ 'ਤੇ ਚਲਾਊਂਗਾ, ਕਿਉਂ ਲੱਗਾ ਉਹਨਾਂ ਨੂੰ, ਉਹ ਥਰਿਲ ਕਿਉਂ ਆਈ, ਇਹ ਜ਼ਰਾ ਸੋਚ ਕੇ ਦੇਖਿਓ ਜੀ। ਕਿਉਂਕਿ ਉਹਨਾਂ ਨੂੰ ਇਹ ਲੱਗਾ ਕਿ ਇਹ ਸਾਡੀਆਂ ਅਚੀਵਮੈਂਟਸ ਨੇ। ਉੱਥੇ ਉਹ ਹੰਕਾਰ, ਉਹ ਹਉਮੈ ਆ ਗਿਆ। ਔਰ ਜਦੋਂ ਹਉਮੈ ਆਈ ਤਾਂ ਹਉਮੈ ਰੋਗ ਆ ਜਿਹਨੇ ਤੁਹਾਡੇ ਸਿਰ 'ਤੇ ਚੜ੍ਹ ਕੇ ਨੱਚਣਾ ਹੀ ਨੱਚਣਾ। ਇਸੇ ਤਰੀਕੇ ਨਾਲ ਫੇਲੀਅਰ ਵੀ ਇੱਕ ਤਰ੍ਹਾਂ ਦਾ ਰੋਗ ਬਣ ਜਾਂਦਾ। ਜਦੋਂ ਅਸੀਂ ਸੋਚਦੇ ਹਾਂ ਕਿ ਮੇਰੀ ਫੇਲੀਅਰ ਆ, ਜਦੋਂ ਮੈਂ ਕਰਤਾ ਹੈ ਹੀ ਨਹੀਂ ਤਾਂ ਫੇਲੀਅਰ ਮੇਰੀ ਕਾਹਦੀ? ਉਹ ਤਾਂ ਉਹਦੀ ਹੁਕਮ ਦੇ ਵਿੱਚ ਸੀ। ਅੱਜ ਉਹਦੇ ਹੁਕਮ ਦੇ ਵਿੱਚ ਮੈਨੂੰ ਦੁੱਖ ਹੈ, ਕੱਲ੍ਹ ਨੂੰ ਉਹਦੇ ਹੁਕਮ ਦੇ ਵਿੱਚ ਮੈਨੂੰ ਸੁੱਖ ਵੀ ਮਿਲੂਗਾ, ਪਰ ਮੈਨੂੰ ਹੁਕਮ ਉਹਦਾ ਮੰਨਣਾ ਪਊਗਾ। ਜੇਕਰ ਅੱਜ ਮੈਨੂੰ ਦੁੱਖ ਹੈ ਤਾਂ ਮੈਂ ਇਹ ਸੋਚਾਂ ਕਿ ਉਸੇ ਦਾ ਹੁਕਮ ਹੈ, ਠੀਕ ਆ, ਮੈਂ ਚੱਲ ਰਿਹਾ, ਹੈ ਨਾ। ਜਿਹੜੀ ਆਪਾਂ ਪਹਿਲਾਂ ਹੀ ਗੱਲ ਕੀਤੀ ਸੀਗੀ, ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਈਸੀ। ਜਦੋਂ ਆਪਾਂ ਹੁਕਮ ਮੰਨ ਲਿਆ ਕਿ ਮੈਨੂੰ ਅੱਜ ਦੁੱਖ ਹੈ, ਮੈਨੂੰ ਤਕਲੀਫ ਹੈ, ਅੱਜ ਮੇਰੇ ਘਰ ਮੰਨ ਲਓ ਰੋਟੀ ਵੀ ਨਹੀਂ ਪੱਕੀ, ਪਰ ਇਹ ਮੇਰੇ ਗੁਰੂ ਦਾ ਹੁਕਮ ਹੋਊਗਾ, ਕੋਈ ਗੱਲ ਨਹੀਂ, ਤਾਂ ਉਸ ਤੋਂ ਅਗਲੀ ਜ਼ਿੰਮੇਵਾਰੀ ਫਿਰ ਗੁਰੂ ਦੀ ਹੋ ਜਾਂਦੀ ਹੈ। ਫਿਰ ਜ਼ਿੰਮੇਵਾਰੀ ਸਾਡੀ ਕੋਈ ਨਹੀਂ ਰਹਿ ਜਾਂਦੀ। ਹਾਂ, ਮਿਹਨਤ ਸਾਨੂੰ ਕਰਦੇ ਰਹਿਣਾ, ਫਲ ਉਹ ਆਪਣੇ ਆਪ ਦੇ ਦੂਗਾ।
ਜਦੋਂ ਤੱਕ ਅਸੀਂ ਇਸ ਗੱਲ ਨੂੰ ਸਮਝਦੇ ਨਹੀਂ, ਆਪਾਂ ਆਪਣੇ ਬੱਚਿਆਂ ਨੂੰ ਸਮਝਾਉਂਦੇ ਨਹੀਂ, ਤਾਂ ਸਾਡੇ ਬੱਚੇ ਮੈਂਟਲ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਰਹਿਣਗੇ। ਸਾਡੇ ਬੱਚਿਆਂ ਨੂੰ ਕੋਈ ਵੀ ਆ ਕੇ ਉਂਗਲ ਲਾ ਕੇ ਤੁਰ ਪਊਗਾ, ਕੋਈ ਵੀ ਕਹੂਗਾ ਕਿ ਆ ਤੁਸੀਂ ਹੁਣ ਨਸ਼ੇ ਕਰਨੇ ਸ਼ੁਰੂ ਕਰ ਦਿਓ, ਕਰਨਗੇ। ਕਿਉਂਕਿ ਤੁਸੀਂ ਇਹ ਸਿਖਾ ਦਿੱਤਾ, ਮੈਂ ਇਹ ਸਿਖਾ ਦਿੱਤਾ ਆਪਣੇ ਬੱਚਿਆਂ ਨੂੰ ਕਿ ਜੋ ਕੁਛ ਵੀ ਤੇਰੇ ਕੋਲ ਹੈ ਉਹ ਤੇਰੇ ਮਾਂ ਬਾਪ ਦਾ ਕਮਾਇਆ ਹੋਇਆ। ਤਾਂ ਉਹ ਕਹਿੰਦਾ ਜਦੋਂ ਮੇਰੇ ਮਾਂ ਬਾਪ ਦਾ ਕਮਾਇਆ ਤਾਂ ਫਿਰ ਮੈਂ ਖਰਚਾਂ, ਜਿੱਦਾਂ ਮਰਜ਼ੀ ਖਰਚਾਂ। ਅਸੀਂ ਆਪਣੇ ਬੱਚਿਆਂ ਨੂੰ, ਅਗਰ ਅਸੀਂ ਆਪਣੇ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਹਾਂ, ਤਾਂ ਇੱਕ ਗੱਲ ਸਾਨੂੰ ਦੇਖਣੀ ਪਊਗੀ, ਉਹ ਇਹ ਹੈ ਕਿ ਉਹਨਾਂ ਦਾ ਬਚਾਵ ਸਿਰਫ ਗੁਰਬਾਣੀ ਹੀ ਕਰ ਸਕਦੀ ਹੈ। ਸਾਨੂੰ ਉਹਨਾਂ ਨੂੰ ਗੁਰਬਾਣੀ ਦੇ ਲੜ ਲਾਉਣਾ ਪਊਗਾ, ਸਾਨੂੰ ਉਹਨਾਂ ਨੂੰ ਹਲੀਮੀ ਸਿਖਾਉਣੀ ਪਊਗੀ, ਔਰ ਉਹ ਆਊਗੀ ਉਦੋਂ ਜਦੋਂ ਅਸੀਂ ਉਹਨਾਂ ਨੂੰ ਇਸ ਨਿਯਮ ਦੇ ਨਾਲ ਜੋੜਾਂਗੇ ਕਿ ਜੋ ਕੁਛ ਹੋ ਰਿਹਾ ਉਹ ਉਸ ਦੇ ਹੁਕਮ ਦੇ ਵਿੱਚ ਹੋ ਰਿਹਾ, ਜੋ ਕੁਛ ਹੋਊਗਾ ਉਸ ਦੇ ਹੁਕਮ ਦੇ ਵਿੱਚ ਹੋਊਗਾ। ਗੁਰਬਾਣੀ ਕਹਿੰਦੀ ਹੈ, ਮਨ ਕੀ ਮਤ ਤਿਆਗੋ ਹਰਜਨ, ਹੁਕਮ ਬੂਝ ਸੁਖ ਪਾਈਏ ਰੇ, ਕਿ ਮਨ ਕੀ ਮੱਤ। ਪਰ ਹੁਣ ਅਸੀਂ ਕਿੱਦਾਂ ਚੱਲ ਰਹੇ ਹਾਂ? ਅਸੀਂ ਆਪਣੇ ਮਨ ਦੀ ਮੱਤ ਦੇ ਵਿੱਚ ਹਾਂ। ਅਸੀਂ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ, ਜਾਂ ਬਕਾਇਦਾ ਪਹਿਲਾਂ ਅਸੀਂ ਆਪ ਹੀ ਆਪਣੇ ਆਪ ਦੇ ਵਿੱਚ ਹੀ ਇੱਕ ਦੂਸਰੇ ਨਾਲ ਲੜਦੇ ਹਾਂ, ਤਾਂ ਕੀ ਸਿਖਾਉਂਦੇ ਹਾਂ? ਮੇਰੀ ਕਿਸੇ ਨਾਲ ਬਹਿਸ ਹੀ ਕਾਹਦੀ ਆ? ਜਦੋਂ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਮੈਂ ਦੇਖਦੀ ਹਾਂ ਕਿ ਆਪਸ ਦੇ ਵਿੱਚ ਸਾਡੀ ਬਹਿਸ ਇਹ ਹੋ ਜਾਂਦੀ ਹੈ ਕਿ ਮੈਂ ਸਹੀ ਹਾਂ, ਤੂੰ ਗਲਤ ਆ। ਅਸੀਂ ਆਪਣੇ ਆਪ ਨੂੰ ਹੀ ਉੱਪਰ, ਔਰ ਉਹ ਹਉਮੈ ਆ, ਬੇਸਿਕਲੀ ਉਹ ਹਉਮੈ ਆ। ਜਦੋਂ ਮੇਰੀ ਵਿੱਚ ਇਹ ਅਵਸਥਾ ਆ ਗਈ ਕਿ ਭਾਈ ਜੋ ਤੂੰ ਕਹਿ ਰਿਹਾ ਉਹ ਵੀ ਤੇਰੇ ਕੋਲ ਕੋਈ ਕਹਾ ਹੀ ਰਿਹਾ ਹੈ, ਤਾਂ ਫਿਰ ਠੀਕ ਆ, ਫਿਰ ਉੱਥੇ ਬਹਿਸ ਨਹੀਂ ਹੋਊਗੀ, ਫਿਰ ਉੱਥੇ ਲੜਾਈ ਨਹੀਂ ਹੋਊਗੀ। ਸਾਨੂੰ ਇਹਨਾਂ ਗੱਲਾਂ ਵੱਲ ਧਿਆਨ ਜਿਹੜਾ ਦੇਣਾ ਪਊਗਾ। ਸੋ ਅੱਜ ਦਾ ਜਿਹੜਾ ਐਪੀਸੋਡ ਆ ਉਹ ਮੈਂ ਇੰਨੀਆਂ ਗੱਲਾਂ ਕਰਦੇ ਹੋਏ, ਇੰਨੀ ਬੇਨਤੀਆਂ ਕਰਦੇ ਹੋਏ ਅੱਜ ਤੁਹਾਡੇ ਸਾਰਿਆਂ ਕੋਲੋਂ ਇਜਾਜ਼ਤ ਲਊਂਗੀ। ਅਗਲੇ ਐਪੀਸੋਡ ਦੇ ਵਿੱਚ ਆਪਾਂ ਇਹਦੀ ਹੀ ਕੰਟੀਨਿਊਟੀ ਜਿਹੜੀ ਆ ਉਹ ਮੱਲ ਅਖਾੜੇ ਅਤੇ ਜਿਹੜਾ ਪਹਿਲਾ ਸਿੱਖ ਵਿੱਦਿਅਕ ਅਦਾਰਾ ਜੋ ਗੁਰੂ ਅੰਗਦ ਦੇਵ ਪਾਤਸ਼ਾਹ ਸ਼ੁਰੂ ਕਰਦੇ ਨੇ, ਉਹ ਕਿੱਦਾਂ ਕਨੈਕਟਡ ਨੇ, ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਅੱਜ ਲਈ ਮੇਰੀਆਂ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ। ਕੋਈ ਗਲਤੀ ਹੋ ਗਈ ਹੋਵੇ, ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਖਿਮਾ ਦੀ ਜਾਚਕ ਹਾਂ। ਅੱਜ ਦੇ ਲਈ ਮੈਨੂੰ ਦਿਓ ਇਜਾਜ਼ਤ, ਅਗਲੀ ਵਾਰੀ ਫਿਰ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।